हम सर दीन दयाल न तुम सर, अब पतियार क्या कीजे। बचनी तो मोर मन माने, जन को पूरन दीजे। हो बल बल जाओ रमैया कारने, कारण कबन बहुत जन्म बिसरे थे माधो, ये जन्म तुम्हारे लेके। कह रविदास आस लग जियो, सिर पयो दर्शन देके। कह रविदास आस लग जियो, सिर पयो दर्शन देखे। मेरी संगत पहुँच सोच दिन राती, मेरा कर्म कुटिलता जन्म कुभार। राम गुसैया जी के जीवना, होगे ना विसारो मैं जन तेरा। मेरी हरो विपुत जन करो सुभाई, चरण ना छाड़ो शरीर कर जाई। कह रविदास परो तेरी साबा, वेग मिलो जन करो ना मिलावा। कह रविदास परो तेरी साबा, वेग मिलो जन करो ना मिलावा। प्रभु मोहे राम सारो जी, मैं जन तेरा मैं जन तेरा। मोहे राम सारो मैं जन तेरा मैं जन तेरा। प्रभु मोहे राम सारो मैं जन तेरा मैं जन तेरा। प्रभु मोहे राम सारो जी, मैं जन तेरा मैं जन तेरा।
ਮਾਲੀ ਕੁਲ ਕੈਨਾਤ ਸ਼ਬਦ ਗੁਰੂ ਅਵਤਾਰ ਦਸਾਂ ਗੁਰਾਂ ਦਾ ਆਤਮ ਸਰੂਪ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਗੁਰੂਆਂ ਦੇ ਗੁਰੂ ਰਹਿਬਰਾਂ ਦੇ ਰਹਿਬਰ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਪਾਰ ਬਖਸ਼ਿਸ਼ ਕਿਰਪਾ ਦਇਆ ਦ੍ਰਿਸ਼ਟੀ ਸਦਕਾ ਜੋ ਕਿ ਸਮੁੱਚੀਆਂ ਨਗਰ ਨਿਵਾਸੀ ਸੰਗਤਾਂ ਮਹੱਲਾ ਵਿਹੜਾ ਨਿਵਾਸੀ ਸੰਗਤਾਂ ਨੇ ਇੱਕ ਬਹੁਤ ਚੰਗਾ ਉਦਮ ਉਪਰਾਲਾ ਕੀਤਾ ਜੋ ਕਿ ਸ਼੍ਰੋਮਣੀ ਭਗਤ ਗੁਰੂ ਬਾਬਾ ਰਵਿਦਾਸ ਜੀ ਮਹਾਰਾਜ ਜੀ ਦੇ ਤਕਰੀਬਨ 646ਵੇਂ ਜਨਮ ਪ੍ਰਕਾਸ਼ ਦੀਆਂ ਖੁਸ਼ੀਆਂ ਸਾਨੂੰ ਸਾਰਿਆਂ ਨੂੰ ਮਨਾਉਣ ਵਾਸਤੇ ਪ੍ਰਾਪਤ ਹੋਈਆਂ। ਇਹ ਦਿਹਾੜਾ ਪ੍ਰਾਪਤ ਹੋਇਆ ਜੋ ਕਿ ਉਸ ਜਨਮ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮੁੱਚੀਆਂ ਸੰਗਤਾਂ ਮਹੱਲਾ ਨਿਵਾਸੀ ਸੰਗਤਾਂ ਔਰ ਸਮੁੱਚੀਆਂ ਨਗਰ ਦੀਆਂ ਸੰਗਤਾਂ ਨੇ ਉਦਮ ਉਪਰਾਲਾ ਕਰਕੇ ਉਦਮ ਪ੍ਰਸਾਰ ਕਰਕੇ ਜੋ ਕਿ ਕਈ ਦਿਨਾਂ ਤੋਂ ਲੈ ਕੇ ਧੁਰਕੀ ਬਾਣੀ ਅੱਜ ਤੱਕ ਸਗਲੀ ਚਿੰਤ ਮਿਟਾਈ ਸਹਿਜ ਬਾਣੀ ਸਹਿਜ ਪਾਠ ਪ੍ਰਕਾਸ਼ ਕਰਾਏ। ਗੁਰੂ ਬਾਬਾ ਜੀ ਨੇ ਮਹਾਰਾਜ ਨੇ ਕਿਰਪਾ ਕੀਤੀ। ਇਹ ਜੋ ਕਿ ਧਰਮਸ਼ਾਲਾ ਗੁਰੂ ਬਾਬਾ ਰਵਿਦਾਸ ਮਹਾਰਾਜ ਜੀ ਨੇ ਜੋ ਸਥਾਨ ਉਹਨਾਂ ਦੇ ਨਾਂ ਦੇ ਧਰਮਸ਼ਾਲਾ ਬਣੀ ਹੈ, ਬੜੀ ਸੁਚੱਜੀ ਬੜੀ ਮਹਾਰਾਜ ਨੇ ਕਿਰਪਾ ਕੀਤੀ ਹੈ ਸੰਗਤਾਂ ਦਾ ਜੁੜਨ ਵਾਸਤੇ ਔਰ ਇਹ ਸਥਾਨ ਬਣੇ। ਇਹਦੀ ਖੁਸ਼ੀ ਵੀ ਹੈ ਸਾਰੀਆਂ ਸੰਗਤਾਂ ਨੂੰ ਔਰ ਗੁਰੂ ਬਾਬਾ ਰਵਿਦਾਸ ਮਹਾਰਾਜ ਜੀ ਦੇ ਜਨਮ ਦੀ ਖੁਸ਼ੀ ਵੀ ਸਾਨੂੰ ਮਨਾਉਣ ਵਾਸਤੇ ਪ੍ਰਾਪਤ ਹੋਈ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਬਾਣੀ ਦੇ ਪ੍ਰਵਾਹ ਚੱਲਦੇ ਨੇ ਜਿਨ੍ਹਾਂ ਦੇ ਭੋਗ ਕੱਲ੍ਹ ਨੂੰ ਸਵੇਰੇ ਤਕਰੀਬਨ ਅੰਮ੍ਰਿਤ ਵੇਲੇ 9-9:30 ਵਜੇ ਪੈ ਜਾਣਾ। ਸੋ ਸੰਗਤਾਂ ਕਈ ਦਿਨ ਹੋ ਗਏ ਜੁੜਦੀਆਂ ਨੂੰ ਸੇਵਾ ਕਰਦੀਆਂ ਨੂੰ। ਸੋ ਆਓ ਇਹ ਸਮਾਂ ਸਾਨੂੰ ਸੁਭਾਗ ਪ੍ਰਾਪਤ ਹੋਏ ਗੁਰੂ ਚਰਨਾਂ ਵਿੱਚ ਬੈਠ ਕੇ ਸਤ ਸੰਗਤ ਦੀ ਅਮੁੱਲੀ ਘੜੀ ਪ੍ਰਾਪਤ ਹੋਈ। ਸੋ ਸਤ ਸੰਗਤ ਜੀ ਮਨ ਦਾ ਜੋੜਨਾ ਮਨ ਦੀ ਇਕਾਗਰਤਾ ਬਣਾ ਕੇ ਸੋ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਤਨਾਮ ਸਿੰਘ ਜੀ ਉਹਨਾਂ ਨੇ ਸੰਗਤਾਂ ਨਾਲ ਗੁਰਬਾਣੀ ਨਾਲ ਇਤਿਹਾਸ ਨਾਲ ਔਰ ਗੁਰੂ ਬਾਬਾ ਜੀ ਦੇ ਇਤਿਹਾਸ ਨਾਲ ਸਾਨੂੰ ਜੋੜਿਆ ਹੈ। ਇਹ ਜੋੜਨ ਦਾ ਉਦਮ ਹੈ। ਸੋ ਆਓ ਆਪਾਂ ਵੀ ਹਾਜ਼ਰੀ ਲਵਾਓ ਸਾਰੀ। ਜਿੰਨਾ ਕੁ ਸਮਾਂ ਸੰਗਤ ਪਿਆਰ ਨਾਲ ਬੈਠੇਗੀ ਉਹਨਾਂ ਕੁ ਸਮਾਂ ਆਪਾਂ ਹਾਜ਼ਰੀ ਭਰਾਂਗੇ। ਸਮੇਂ ਦੀ ਕੋਈ ਸੀਮਾ ਨਹੀਂ। ਜਿੰਨਾ ਤੱਕ ਜਦੋਂ ਮਨ ਜੁੜਿਆ ਹੋਵੇ ਤੇ ਗੁਰੂ ਚਰਨਾਂ ਵਿੱਚ ਧਿਆਨ ਲੱਗਿਆ ਹੋਵੇ ਸਤ ਸੰਗਤ ਦਾ ਆਨੰਦ ਪ੍ਰਾਪਤ ਹੋਵੇ ਫਿਰ ਕੋਈ ਸਮੇਂ ਦੀ ਹਦੂਦ ਨਹੀਂ ਰਹਿ ਜਾਂਦੀ। ਸੋ ਆਓ ਸਾਰੀਆਂ ਸੰਗਤਾਂ ਆਪਣੀ ਹਾਜ਼ਰੀ ਲਵਾਓ ਗੁਰਫਤਿਹ ਦੀ ਸਾਂਝ ਪਾਓ। ਕੋਈ ਰਸਨਾ ਵਾਂਝੀ ਨਾ ਰਹੇ। ਤਨ ਤੇ ਮਨ ਦੀ ਹਾਜ਼ਰੀ ਦੇਣੀ ਹੈ। ਜਿੱਥੇ ਆਪਾਂ ਸਰੀਰ ਕਰਕੇ ਪਹੁੰਚੇ ਹਾਂ ਉੱਥੇ ਮਨ ਦੀ ਹਾਜ਼ਰੀ ਜ਼ਰੂਰੀ। ਸੋ ਆਓ ਸਾਰੀ ਫਤਿਹ ਦੀ ਸਾਂਝ ਪਾਓ। ਗੱਜ ਵੱਜ ਕੇ ਪਿਆਰ ਨਾਲ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੇ ਅਸੀਂ ਇਹ ਦਿਹਾੜੇ ਮਨਾਉਣ ਵਾਸਤੇ ਸਤ ਸੰਗਤ ਪ੍ਰਾਪਤ ਹੋਈ। ਗੁਰੂ ਬਾਬਾ ਜੀ ਗੁਰਬਾਣੀ ਵਿੱਚ ਸਾਨੂੰ ਬਚਨ ਕਰਦੇ ਨੇ। 40 ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਭਗਤ ਰਵਿਦਾਸ ਮਹਾਰਾਜ ਜੀ ਦੇ ਨੇ। ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਿਉਂਕਿ ਬਾਣੀ ਗੁਰੂ ਹੈ। ਗੁਰੂ ਕੋਈ ਸਰੀਰ ਨਹੀਂ ਹੈ। ਸਾਧ ਸੰਗਤ ਜੀ ਸਰੀਰ ਕਰਕੇ ਤਾਂ ਗੁਰੂ ਬਾਬਾ ਜੀ ਨੂੰ ਗਿਆ ਬੜਾ ਸਮਾਂ ਹੋ ਗਿਆ ਹੈ ਪਰ ਅੱਜ ਵੀ ਸਾਨੂੰ ਗੁਰਬਾਣੀ ਰਾਹੀਂ ਗੁਰੂ ਦੇ ਬਚਨ ਗੁਰੂ ਦਾ ਸ਼ਬਦ ਇਹ ਸਾਧ ਸੰਗਤ ਸ਼ਬਦ ਗੁਰੂ ਹੋ ਕੇ ਉਪਦੇਸ਼ ਕਰਕੇ ਅੱਜ ਵੀ ਸਾਨੂੰ ਉਪਦੇਸ਼ ਬਖਸ਼ ਰਹੇ। ਇਹ ਸਦੀਵੀ ਕਾਲ ਰਹਿਣਾ ਜਿੰਨਾ ਚਿਰ ਇਹ ਸੰਸਾਰ ਰਹਿੰਦੀ ਦੁਨੀਆ ਤੱਕ ਜਿੰਨਾ ਚਿਰ ਸੰਸਾਰ ਰਹੇਗਾ ਉਹਨਾਂ ਚਿਰ ਗੁਰੂ ਬਾਬਾ ਜੀ ਦੀ ਸਾਨੂੰ ਗੁਰਬਾਣੀ ਸਾਡੇ ਜੀਵਨ ਨੂੰ ਸੇਧ ਦੇਣ ਵਾਸਤੇ ਇਸੇ ਤਰ੍ਹਾਂ ਪ੍ਰਕਾਸ਼ਮਾਨ ਰਹੇਗੀ। ਗੱਜ ਕੇ ਆਖੋ ਸਤਿਨਾਮ ਵਾਹਿਗੁਰੂ। ਇਹ ਸਾਧ ਸੰਗਤ ਜੀ ਆਓ ਉਹਨਾਂ ਦੇ ਬਚਨ ਨੇ। ਜੇ ਕਿਤੇ ਸਿਮਰਨ ਵਿੱਚ ਜੁੜਨਾ ਹੈ ਨਾ ਬੰਦਗੀ ਵਿੱਚ ਭਜਨ ਵਿੱਚ ਜੁੜਨਾ ਹੈ ਸਤ ਸੰਗਤ ਵਿੱਚ ਜੁੜਨਾ ਹੈ ਤਾਂ ਉਹਨਾਂ ਨੇ ਇੱਕ ਤਰੀਕਾ ਦੱਸਿਆ ਸਾਨੂੰ। ਉਹ ਕਿਹੜਾ ਹੈ? ਗੁਰਬਾਣੀ ਵਿੱਚ ਗੁਰੂ ਬਾਬਾ ਜੀ ਸਮਝਾਉਣਾ ਕਰਦੇ ਨੇ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ ਸਰਵਣ ਬਾਣੀ ਸੁਜਸ ਪੂਰ ਰੱਖੋ। ਜੇ ਸਿਮਰਨ ਕਰੇ ਮਨ ਕਰਕੇ ਕਰਿਆ ਕਰ ਚਿੱਤ ਜੋੜਿਆ ਕਰ ਪਰਮਾਤਮਾ ਨਾਲ। ਕਿਉਂਕਿ ਜੇ ਦੁਨੀਆ ਵਿੱਚ ਉੱਚੀ ਵੱਡੀ ਚੀਜ਼ ਹੈ ਨਾ ਤੇ ਸਾਧ ਸੰਗਤ ਜੀ ਜੇ ਗੁਰਬਾਣੀ ਨੇ ਉੱਚੀ ਚੀਜ਼ ਤੇ ਵੱਡੀ ਚੀਜ਼ ਸ੍ਰੇਸ਼ਟ ਚੀਜ਼ ਮੰਨੀ ਹੈ ਉਹ ਹੈ ਪਰਮੇਸ਼ਰ ਦਾ ਸਿਮਰਨ।
क्योंकि गुरबाणी विच सतगुरां ने कहता प्रभु का सिमरन सब ते ऊंचा। ऊंचा परमात्मा का सिमरन है, बंदगी ही बंदे नूं ऊंचा चुकदी है। सिमरन ही भजन ही बंदे नूं मनुख नूं ऊंचा चुकदा है। क्योंकि भगत जी कहते नीच जात हर जपदियां उत्तम पदवी पाए। वो नीच जात दे विच परमात्मा दा भजन करके ना ते साध संगत जी सब तो श्रेष्ठ उत्तम पदवी प्राप्त की। सो रहो विचार जे सिमरन करना चित सिमरन करो, मन करके करया करिए। जदों किते भजन च सत्संगत विच बैठिए फॉर्मैलिटी ना करिए, जुड़ के बैठिए, इहदा आनंद आओ, इस समय का लाहा प्राप्त हो। ते साध संगत जी सत संगत विच कबीर साहब नूं पुछया गया, कबीर साहब नूं कहा गुरबाणी विच उन्हां दे बचन ने कहंदे वैकुंठ कित्थे हुंदा है? वैकुंठ कहंदे ने स्वर्ग लोक नूं। जे आपां स्वर्ग दुनिया ते देखीए स्वर्ग कित्थे हुंदा है, वैकुंठ कित्थे हुंदा है? कहे कबीर वैकुंठ है काहे साध संगत वैकुंठ है। जिथे साध संगत है ना, सत संगत है, वो वैकुंठ है। उत्थे सब तो बड़ा आनंद है। चित सिमरन करो नैन अवलोकनो, नैना नाल नेत्रा नाल गुरु दे दर्शन करया करो। सरवण बाणी आ कन्ना नाल गुरु दी बाणी सुनिया करो। सरवण बाणी सो जस पूर रखो। ये कन्ना नाल निंदिया ना सुनी, माड़ियां गल्लां ना सुनी, गंदा लिटरेचर गीत ना सुनी। जे तैं भजन वाला जीवन बनाउणा है ना, इन्हां कन्नां नाल गुरु बाबा जी की बाणी सुनिया कर, फिर जीवन बदलूगा। साध संगत जी गल्लां नाल नहीं बदलना। सरवण बाणी सो जस पूर रखो, कन्नां नूं बाणी नाल पूर ले। जे निंदिया सुनेगा तां निंदिया दा फल मिलूगा, जे बाणी सुनेगा तो बाणी का फल मिलूगा। सतगुरां ने कहता दुख रोग संताप उतरे सुनी सच्ची बाणी। तू सच्ची बाणी नूं सुनिया कर ते दुख संताप तेरे रोग सब दूर हो जाण। ये गुरु बाबा जी की बाणी ते साध संगत जी उन्होंने गुरबाणी राही उन्होंने गुरु होके उपदेश दिता सन। इस करके सतगुरु कहते भाई मेरी प्रीत गोबिंद सिंह जिन घटै। साडी प्रीत तो दुनिया विच लगी हुई है धीआं पुत्रां नाल, रिश्तियां नाल, ये संसार नाल, माया नाल प्रीत है। पर रब दे प्यारिਆਂ ਦੀ प्रीत किहदे नाल है? उस परमेश्वर दे नाल। क्योंकि उन्होंने गुरबाणी विच कहता साची प्रीत हम तुमसे जोड़ी। किहदे नाल जोड़ी प्रीत? परमात्मा नाल। प्रेम किहदे नाल पाया? उस वाहिगुरू काल पुरख नाल। ते साध संगत जी फिर उन्होंने प्रीत जोड़ी उस परमात्मा नाल। जो तो गिरवर हे वाहिगुरू तू पर्वत होवें तो हम मोरा, मैं तेरे ते मोर बन के पहला पावां। जो तू गिरवर तो हम मोरा, जो तो चंद हम भये हैं चकोरा। साची प्रीत हम तुम स्यों जोरी, तुम स्यों जोड़ अवर संग तोरी। वाहिगुरू मेरी प्रीत ते मेरा प्रेम ते अकाल पुरख तेरे नाल पिया। मैं सच्ची लाई है तेरे नाल, अंदरों मन करके प्रीत जोड़ी है। इस करके मेरी इस प्रीत नूं वाहिगुरू तू ही निभावेगा। गज के आखो सतनाम। जोड़ी मालका सच्ची प्रीत दी इंसान होंदा है, एक करसान होंदा है। करसान ਆਪਾਂ ਕਰਸਾਨੀ ਕਿਤੇ
ਚੁਣਿਆ, ਭਾਵੇਂ ਮਜ਼ਦੂਰ ਹੋਵੇ ਭਾਵੇਂ ਸਰਦਾਰ ਹੋਵੇ। ਕਈ ਇੱਕ ਸਮੇਂ ਵਿੱਚ ਵੀ ਕਈ ਜ਼ਮੀਨ ਨੂੰ ਇੱਕ ਵਾਰੀ ਵਾਹੁੰਦੇ ਨੇ, ਕਈ ਉਸੇ ਜ਼ਮੀਨ ਨੂੰ ਦੂਰ ਕਰ ਦਿੰਦੇ ਨੇ, ਕਈ ਤੀਰ ਕਰਦੇ ਨੇ, ਫਿਰ ਕੈਸੀ ਬਣ ਜਾਂਦੀ ਹੈ ਜ਼ਮੀਨ, ਦਾਣਾ ਪਕੜ ਲੈਂਦੀ ਹੈ। ਕੋਈ ਬੀਜ ਤੋਂ ਦਾਣਾ ਪਕੜ ਲਏਗੀ ਮਿੱਟੀ। ਇਹ ਸਾਧ ਸੰਗਤ ਜੀ ਕਈ ਆਉਂਦੇ ਨੇ ਸੰਗਤ ਵਿੱਚ ਸਿਰਫ ਪਾਉਣ, ਕਈ ਆਉਂਦੇ ਨੇ ਨਾਲ ਬੋਲ ਕੇ ਲਾਹਾ ਲੈਂਦੇ ਨੇ, ਦੂਰ ਕਰ ਲੈਂਦੇ, ਪੂਰਾ ਲਾਹਾ ਹੋ ਜਾਂਦਾ। ਕਈ ਤੀਜਾ ਸੇਵਾ ਕਰਕੇ ਤੀਜਾ ਲਾਹਾ ਲੈ ਲੈਂਦੇ ਇੱਕੋ ਸਮੇਂ ਵਿੱਚ, ਇੱਕੋ ਸਮੇਂ ਵਿੱਚ। ਇਹ ਆਪਾਂ ਮਰਜ਼ੀ ਹੈ ਆਪਣੀ। ਕਈ ਕਿਸਾਨ ਇਹੋ ਜਿਹੇ ਨੇ ਸਾਲ ਦੇ ਵਿੱਚ 4-4 3-3 ਫਸਲਾਂ ਲੈ ਲੈਂਦੇ ਨੇ, ਕਈ 2 ਲੈਂਦੇ ਨੇ, 6 ਮਹੀਨੇ ਫਸਲ ਬਣਦੀ ਹੈ। ਤੇ ਕਈ ਸਾਧ ਸੰਗਤ ਜੀ ਮਾਤਰ ਦੀ ਕਈ ਵੇਲੀ ਪਈ ਹੁੰਦੀ ਹੈ, ਰੱਜ ਕੇ ਆਪਕੋ ਸਤਨਾਮ। ਜ਼ਮੀਨ ਹੋ ਗਈ ਹੈ, ਜ਼ਮੀਨ ਕਿਹੜੀ ਹੈ? ਆਹ ਸਰੀਰ ਰੂਪੀ ਜ਼ਮੀਨ ਹੈ, ਸਰੀਰ ਕਰਮ ਦੀ ਧਰਤੀ ਹੈ। ਇਹ ਸਰੀਰ ਜੋ ਕਰਮ ਕੀ ਧਰਤੀ, ਜੋ ਹੋਵੇ ਸੋ ਖਾ। ਇਹ ਸਰੀਰ ਵੀ ਕਰਮਾਂ ਰੂਪੀ ਧਰਤੀ ਹੈ। ਲਾਹਾ ਲਿਆ ਕਰੋ, ਬੋਲ ਕੇ ਪੜਿਆ ਕਰੋ। ਇਹ ਸਾਧ ਸੰਗਤ ਜੀ ਸੰਗਤ ਵਿੱਚ ਨਹੀਂ ਤੰਗੀ ਨਾ ਹੁੰਦਾ, ਸੰਗਤ ਵਾਸਤੇ ਹੋਰ ਬਹੁਤ ਕਰਮ ਨੇ। ਹੋਰ ਕੀ ਲਾਹਾ ਜੋਤੀ ਮਾਲਕਾ ਸੱਚੀ ਪ੍ਰੀਤ ਜੋੜੀ ਵਾਹਿਗੁਰੂ ਦੇ ਨਾਲ। ਜੋ ਤੋਂ ਦੀਰਾ ਹੈ ਵਾਹਿਗੁਰੂ ਤੂੰ ਦੀਵਾ ਹੋਵੇਂ ਤੇ ਮੈਂ ਵਿੱਚ ਬੱਤੀ ਬਣ ਕੇ ਮੱਚਾਂ ਬੱਤੀ, ਮੈਂ ਦੀਵੇ ਦੀ ਬੱਤੀ ਬਣਾ। ਇੰਨਾ ਪਿਆਰ ਤੇ ਲਗਾ ਹੈ ਪਰਮੇਸ਼ਰ ਨਾਲ, ਇੰਨਾ ਪਰਪੱਕਤਾ ਤੇ ਐਡਾ ਵੱਡਾ ਭਰੋਸਾ। ਇਹ ਹੈ ਭਗਤ ਜੀ ਦਾ ਜੀਵਨ, ਇਹ ਹੈ ਮਹਾਰਾਜ ਜੀ ਦਾ ਜੀਵਨ। ਸਾਡਾ ਭਰੋਸਾ, ਅਸੀਂ ਅਰਦਾਸ ਵੀ ਕਰਦੇ ਹਾਂ, ਮਨ ਵਿੱਚ ਇਹ ਵੀ ਸੋਚਦੇ ਹਾਂ ਵੀ ਪੂਰੀ ਹੋਊ ਕਿ ਨਾ, ਕਿਉਂਕਿ ਸਾਡੀ ਦ੍ਰਿੜਤਾ ਨਹੀਂ ਹੈ। ਜਿੱਤੇ ਦ੍ਰਿੜਤਾ ਆ ਗਈ, ਜਾਂ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ। ਜਿੱਦੇ ਹਿਰਦੇ ਵਿੱਚ ਮਨ ਵਿੱਚ ਪਰਪੱਕਤਾ ਵਿਸ਼ਵਾਸ ਆ ਗਿਆ ਨਾ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਉਹਦੇ ਅੰਦਰ ਤਤ ਗਿਆਨ ਪੈਦਾ ਹੋ ਜੂ। ਤੇ ਸਾਧ ਸੰਗਤ ਜੀ ਇਹ ਹੈ ਪ੍ਰੀਤ। ਜੇ ਕਿਤੇ ਮਨ ਜੋੜਨਾ ਹੋਵੇ ਤੇ ਆਓ ਇਹੋ ਤਰੀਕਾ ਦੱਸਦੇ ਨੇ ਭਗਤ ਜੀ। ਚਿਤ ਸਿਮਰਨ ਕਰੋ ਨੈਣ ਅਵਲੋਕਨੋ, ਸਰਵਣ ਬਾਣੀ ਸੋ ਜਸ ਪੂਰ ਰਾਖੋ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ। ਮਨ ਸਿਉ ਮੁਨ ਕਰ ਕਰੋ ਚਰਨ ਹਿਰਦੇ ਧਰੋ। ਮਨ ਨੂੰ ਉਹਦੇ ਚਰਨਾਂ ਦਾ ਭੌਰਾ ਬਣਾ ਲੈ। ਗੁਰੂ ਦੇ ਚਰਨ, ਗੁਰੂ ਦੀ ਸਿੱਖਿਆ ਆਪਣੇ ਹਿਰਦੇ ਵਿੱਚ ਵਸਾ ਲੈ। ਤੇ ਸਾਧ ਸੰਗਤ ਜੀ
ਰਸਨ ਆ ਰਸਨਾ ਨਾਲ ਅੰਮ੍ਰਿਤ ਰਾਮ ਨਾਮ ਭਾਖੋ। ਉਹ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਜਪਿਆ ਕਰ ਰਸਨਾ ਦੇ ਨਾਲ। ਇਹ ਤਰੀਕਾ ਦੱਸਦੇ ਨੇ ਭਗਤੀ ਕਰਨ ਦਾ। ਫਿਰ ਭਗਤ ਜੀ ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੂੰ ਮੋਲ ਮਹਿੰਗੀ ਲਈ ਜੀ ਸਕੈ। ਮੈਂ ਪ੍ਰਮਾਤਮਾ ਨਾਲ ਪ੍ਰੀਤ ਜਿਹੜੀ ਪਾਈ ਹੈ ਬੜਾ ਮਹਿੰਗਾ ਮੁੱਲ ਤਾਰ ਕੇ ਪਾਈ ਹੈ, ਕਿਉਂਕਿ ਰੱਬ ਨਾਲ ਪ੍ਰੀਤ ਪੈਂਦੀ ਹੈ ਕੰਚਨ ਸਿਉ ਪਾਈਆ ਨਹੀਂ ਤੋਲ। ਰੱਬ ਕੋਈ ਮਾਇਆ ਨਾਲ ਮੁੱਲ ਨਹੀਂ ਲਿਆ ਜਾ ਸਕਦਾ। ਪ੍ਰਮਾਤਮਾ ਦਾ ਪਿਆਰ ਪ੍ਰੇਮ ਪਾਉਣਾ ਤਾਂ ਸਾਧ ਸੰਗਤ ਜੀ ਉਹ ਮੁੱਲ ਨਹੀਂ ਖਰੀਦਿਆ ਜਾ ਸਕਦਾ। ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਆਪਣਾ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਮਨ ਦਿੱਤਾ ਹੈ, ਆਪਣਾ ਅਰਪਣ ਕੀਤਾ ਹੈ, ਮੈਂ ਵੀ ਉਹਦੇ ਮੁੱਲ ਉਤਾਰਿਆ। ਫਿਰ ਪ੍ਰਮਾਤਮਾ ਨਾਲ ਪ੍ਰੇਮ ਪਿਆ, ਕਿਉਂ ਮੇਰੇ ਵਿੱਚੋਂ ਮੈਂ ਨਹੀਂ ਰਹੀ, ਹੁਣ ਵਾਹਿਗੁਰੂ ਤੂੰ ਹੀ ਤੂੰ ਹੈ। ਤੇ ਉਹਨਾਂ ਨੇ ਬਾਣੀ ਵਿੱਚ ਕਿਹਾ ਨਾ, ਮੋਹੀ ਤੋਹੀ ਮੋਹੀ ਅੰਤਰ ਕੈਸਾ। ਇਹ ਵਾਹਿਗੁਰੂ ਮੇਰੇ ਤੇ ਤੇਰੇ ਵਿੱਚ, ਤੇਰੇ ਤੇ ਮੇਰੇ ਵਿੱਚ ਕੀ ਫਰਕ ਹੈ? ਕੋਈ ਅੰਤਰ ਨਹੀਂ। ਮੋਹੀ ਤੋਹੀ ਮੋਹੀ ਅੰਤਰ ਕੈਸਾ, ਕਨਕ ਕਟਕ ਜਲ ਰੰਗ ਜੈਸਾ। ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ, ਤੁਸੀਂ ਕਿਸੇ ਸੁਨਿਆਰ ਕੋਲੇ ਚਲੇ ਜਾਓ ਸੋਨਾ ਗਹਿਣਾ ਲੈ ਕੇ, ਕਿਹੋ ਜਿਹਾ ਮਰਜ਼ੀ ਬਣਿਆ ਹੋਵੇ, ਕਿੰਨੀ ਸੋਹਣੀ ਉਹਦੀ ਬਣਾਵਟ ਬਣੀ ਹੋਵੇ, ਕੋਈ ਕਾਂਟਾ ਹੋਵੇ, ਝੁਮਰਾ ਹੋਵੇ, ਕੋਈ ਜੰਜੀਰ ਹੋਵੇ, ਜੋ ਵੀ ਗਹਿਣਾ ਹੋਵੇ ਸੋਨੇ ਦਾ ਬਣਿਆ ਹੋਇਆ, ਸੁਨਿਆਰ ਉਹਦਾ ਮੁੱਲ ਖਰੇ ਸੋਨੇ ਦਾ ਪਾਊਗਾ। ਤੁਹਾਡਾ ਗਹਿਣਾ ਨਹੀਂ ਕਦੇ ਦੇਖਦਾ ਵੀ ਇਹ ਕਿਹੋ ਜਿਹਾ ਬਣਿਆ, ਕਿੰਨਾ ਸੋਹਣਾ ਬਣਿਆ, ਨਹੀਂ। ਸੁਨਿਆਰ ਕੋਲੇ ਜਾਓਗੇ ਨਾ, ਉਹਦੀ ਕੀਮਤ ਉਹ ਖਰੇ ਸੋਨੇ ਦੀ ਪਾਊਗਾ ਵੀ ਇੰਨਾ ਸੋਨਾ, ਆਹ ਕੀਮਤ ਹੈ ਜੀ। ਤੁਹਾਡਾ ਗਹਿਣਾ ਨਹੀਂ ਕਦੇ ਦੇਖਦਾ, ਪਰ ਸੋਨੇ ਤੋਂ ਸੋਨੇ ਦੇ ਗਹਿਣੇ ਬਣਦੇ। ਇਸੇ ਤਰ੍ਹਾਂ ਪ੍ਰਮਾਤਮਾ ਵਾਹਿਗੁਰੂ ਮੈਂ ਤੇਰੇ 'ਚ ਹੀ ਬਣਿਆ, ਮੈਂ ਤੇਰੇ ਹੀ ਰੂਪ ਹਾਂ। ਮੋਹੀ ਤੋਹੀ ਮੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਤੇ ਜਿਵੇਂ ਪਾਣੀ ਤੋਂ ਪਾਣੀ ਦੀਆਂ ਛੱਲਾਂ ਤਰੰਗਾਂ ਹੁੰਦੀਆਂ ਨੇ, ਇਉਂ ਹੀ ਵਾਹਿਗੁਰੂ ਮੇਰੀ ਆਤਮਾ, ਮੇਰਾ ਆਤਮਿਕ ਸਰੂਪ ਤੇਰੇ 'ਚੋਂ ਬਣਿਆ। ਮੈਂ ਤੇਰੀ ਦਾਤ ਨਾਲ ਮੈਂ ਪੈਦਾ ਹੋਇਆ, ਤੂੰ ਮੇਰੇ ਵਿੱਚ ਚੱਲ ਰਿਹਾ, ਵਿਚਰ ਰਿਹਾ, ਤਾਂ ਮੈਂ ਸਰੀਰ ਚੱਲ ਰਿਹਾ। ਜਿੱਦੇ ਤੂੰ ਨਿਕਲ ਗਿਆ ਮੈਂ ਤੇ ਹੈ ਹੀ ਕੁਝ ਨਹੀਂ। ਇਸ ਕਰਕੇ ਭਗਤ ਜੀ ਕਹਿੰਦੇ ਇਹ ਵਾਹਿਗੁਰੂ ਇਹ ਪ੍ਰੀਤ ਪਾਈ ਹੈ ਮੈਂ ਤੇਰੇ ਨਾਲੇ, ਮੇਰੀ ਘਟੇ ਨਾ ਕਦੇ। ਪ੍ਰੀਤ ਵੱਧਦੀ ਜਾਵੇ, ਰਸ ਵੱਧਦਾ ਜਾਵੇ। ਪਰ ਇਹ ਪੈਦਾ ਕਿੱਥੋਂ ਹੁੰਦੀ ਹੈ? ਇਹ ਤਰੀਕਾ ਦੱਸਦੇ ਨੇ ਸਾਨੂੰ। ਸਾਧ ਸੰਗਤ ਬਿਨ ਭਾਉ ਨਾ ਉਪਜੇ, ਸਾਧ ਸੰਗਤ ਬਿਨ ਭਾਉ ਨਾ ਉਪਜੇ। ਜੇ ਪ੍ਰਮਾਤਮਾ ਨਾਲ ਪਿਆਰ ਪਾਉਣਾ ਨਾ, ਉਹਦਾ ਤਰੀਕਾ ਦੱਸਦੇ ਨੇ ਕਿੱਥੋਂ ਪੈਂਦਾ ਪ੍ਰੇਮ ਗੁਰੂ ਨਾਲ। ਉਹ ਹੈ ਸਾਧ ਸੰਗਤ ਵਿੱਚੋਂ। ਜਿੱਥੇ ਹੁਣ ਤੁਸੀਂ ਸੰਗਤ ਵਿੱਚ ਬੈਠੇ ਹੋ, ਜਦੋਂ ਆਪਾਂ ਕਥਾ ਕਹਾਣੀਆਂ ਗੁਰਬਾਣੀ ਉਹਨਾਂ ਦਾ ਇਤਿਹਾਸ, ਉਹਨਾਂ ਦਾ ਜੀਵਨ ਪੜ੍ਹਾ ਸੁਣਾਂਗੇ ਭਗਤਾਂ ਦਾ, ਗੁਰੂ ਦੇ ਪਿਆਰ ਵਾਲਿਆਂ ਦਾ, ਆਪਣੇ ਮਨ ਵਿੱਚ ਵੀ ਚਾਅ ਪੈਦਾ ਹੋਊ ਵੀ ਆਪਾਂ ਵੀ ਭਗਤੀ ਕਰੀਏ ਪਰਮੇਸ਼ਰ ਦੀ। ਇੱਥੋਂ ਪਿਆਰ ਲੱਗਦਾ ਸਾਧ ਸੰਗਤ ਜੀ। ਸਾਧ ਸੰਗਤ ਬਿਨ ਭਾਉ ਨਾ ਉਪਜੇ। ਜਿਹੜਾ ਪ੍ਰੇਮ ਹੈ ਨਾ, ਪ੍ਰੇਮਾ ਭਗਤੀ ਸਾਧ ਸੰਗਤ ਬਿਨਾ ਕਿਤੇ ਨਹੀਂ ਲੱਗਦੀ ਸਾਧ ਸੰਗਤ। ਇਸ ਕਰਕੇ ਸਾਧ ਸੰਗਤ ਬਿਨ ਭਾਉ ਨਾ ਉਪਜੈ, ਭਾਵ ਬਿਨ ਭਗਤ ਨਾ ਹੋਏ। ਉਹ ਭਾਵਨਾ ਤੋਂ ਬਿਨਾ ਭਗਤੀ ਨਹੀਂ ਹੁੰਦੀ, ਪ੍ਰੇਮ ਤੋਂ ਬਿਨਾ। ਜੇ ਉਹਨਾਂ ਦੀ ਗੁਰਬਾਣੀ ਵਿੱਚ ਪ੍ਰੇਮ ਭਗਤ ਕੇ ਕਾਰਨ ਕਹਿ ਰਵਿਦਾਸ ਜੀ ਉਹਨਾਂ ਨੇ ਪ੍ਰੇਮ ਕੀਤਾ, ਪ੍ਰੇਮਾ ਭਗਤੀ ਦਾ ਵਰਣਨ ਕੀਤਾ। ਪ੍ਰੇਮ ਭਗਤੀ ਅੰਦਰ ਹਿਰਦੇ ਵਿੱਚ ਪਿਆਰ ਕੀਤਾ ਪ੍ਰਮਾਤਮਾ ਨੂੰ, ਪ੍ਰੇਮ ਕਰਕੇ ਭਗਤੀ ਕੀਤੀ ਹੈ। ਜਿਹਨੂੰ ਆਪਾਂ ਪ੍ਰੇਮ ਕਰਦੇ ਆ ਨਾ, ਉਹਨੂੰ ਕੁਝ ਕਰਨ ਦੀ ਲੋੜ ਨਹੀਂ, ਉਹ ਆਪਣੇ ਹਮੇਸ਼ਾ ਨਾਲ ਹੀ ਯਾਦ ਹੀ ਰਹਿੰਦਾ, ਚੇਤੇ 'ਚ ਰਹਿੰਦਾ। ਜਿਹਨੂੰ ਆਪਾਂ ਜ਼ਿਆਦਾ ਤੋਂ ਜ਼ਿਆਦਾ ਪਿਆਰ ਕਰਦੇ ਉਹ ਆਪਣੇ ਸਦਾ ਨਾਲ ਰਹਿੰਦਾ, ਉਹਨੂੰ ਹਰ ਟਾਈਮ ਆਪਾਂ ਯਾਦ ਰੱਖਦੇ। ਆਪਣੇ ਬੱਚੇ ਨੇ, ਮਾਂ ਕਿੰਨੇ ਬੱਚੇ ਨੂੰ ਪਿਆਰ ਕਰਦੀ ਆ, ਹਰ ਟਾਈਮ ਬੱਚਾ ਉਹਦੀ ਯਾਦ ਵਿੱਚ ਰਹਿੰਦਾ ਮਾਂ ਦੀ। ਇਸੇ ਤਰ੍ਹਾਂ ਭਗਤ ਪਿਆਰੇ ਨੇ ਜਿਹੜੇ ਪ੍ਰਮਾਤਮਾ ਦੇ ਪਿਆਰੇ, ਉਹ ਪਿਆਰ ਹੀ ਇੰਨਾ ਕਰਦੇ ਨੇ ਵਾਹਿਗੁਰੂ ਨਾਲ, ਪ੍ਰੇਮ ਹੀ ਇੰਨਾ ਕਰਦੇ, ਹਰ ਟਾਈਮ ਉਹਨਾਂ ਦੇ ਪਰਮੇਸ਼ਰ ਯਾਦ ਰਹਿੰਦੇ, ਚਿੱਤ ਵਿੱਚ ਰਹਿੰਦੇ। ਸੋ ਰੋ ਵਿਚਾਰ ਭਾਵ ਬਿਨ ਭਗਤ ਨਾ ਹੋਏ। ਭਾਵਨਾ ਤੋਂ ਬਿਨਾ, ਪ੍ਰੇਮ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ। ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, हे ਵਾਹਿਗੁਰੂ ਮੇਰੀ ਬੇਨਤੀ ਹੈ ਤੇਰੇ ਕੋਲ, ਤੇਰੇ ਚਰਨਾਂ ਵਿੱਚ। ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, ਪੈਜ ਰੱਖਿਓ ਰਾਜਾ ਰਾਮ ਮੇਰੀ।
मैं तेरी शरणी लग्या सतगुरु तू मेरी पैज हे काल पुरख मैं तेरे चरनी लग्या मत्था किन्हां नाल लाया। देखो समय दियां हुकूमतां समय दे जेड़े साध संगत जी उच्चियां जातां कहाउण वाले श्रेष्ठ पंडित बड़े बड़े विद्वान कांसी विच बहुत बड़े विद्वान हुए ने। कांसी अगे लोग पढ़न जाया करते विद्या शुरू कांसी तो हुई है। संस्कृत जे सिखनी हुंदी ना किसी ने श्रेष्ठ विद्या कांसी तो। गुरु गोबिंद सिंह महाराज वेले भी सिंह कांसी तो विद्या लैण जांदे। साध संगत जी वो कांसी गढ़ सीगा विद्या दा ज्ञान दा। वो एडे ज्ञानवान जो गल नहीं कर दिंदे सी किसी ने। पर भगत दी जय जयकार परमात्मा नाल सच्चा प्रेम कीता ये ज्ञान म्यान सब थल्ले रह जांदा है। जिहड़ी प्रेम दी भगती हुंदी है ना ये सब तो श्रेष्ठ है। सो आओ जे मन जोड़ना है मन किते नहीं टिकदा एक जगह टिकदा आके। ते साध संगत जी वो है साध संगत ते गुरु दे चरण। सो आओ पढ़िए प्रेम नाल मन उडारियां मारदा है पर मन टिकदा आके गुरु चरणा विच है। जुड़िया करिए मन आ जिहड़ा कहंदे मन नहीं टिकदा ना ते साध संगत जी 3 घंटिਆਂ ਦੀ फिल्म देखी जाए बंदा किते पासे मन नहीं जाता। कोई कहता सुनिया भी मेरा फिल्म देखते मन नहीं टिकिया। नाटक देखते माइयां भैणां देखदियां होणीਆਂ नाटक कदे कहा आपां ने भी नाटक देखते मन नहीं टिकिया। किसी निंदिया करते कहा कदे मन नहीं टिकिया। निंदिया करते चुगलियां एक दूजे दियां। जे मन टिकना तां कहने भी संगत करते या नाम जपते या बाणी पढ़ते टिकदा। पर साध संगत जी वो मन नूं पकड़ लैंदे मन की अवस्था पता लगता भी मन हुण दौड़ गया। कि किरपा महाराज जी तुसी पढ़ो अपना कर्म ना छड्डो एक दिन यही मन जुड़ जूगा। क्योंकि साध संगत जी लगदा लगदा मन लागत 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 है। भौ भागत 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 है। रंग लागत रंग जिहड़ा है परमात्मा दे नाम दा चढ़दा चढ़दा चढ़ जांदा। तुसीं एक दिन संगत विच आओ प्रेम करो आ तुहानूं हफ्ता हो गया महाराज दा प्रकाश होए। कई इहो जिहे गुरमुख ने माइयां भैणां भी ने वीर भी ने वो हर रोज नित दर्शन करते हैं संगत करते हैं आके नित सेवा करते हैं। जुड़दा जुड़ जा ये जेड़े जेड़े आपां ना समागम करते हैं इन्हां दा मतलब यही हुंदा है संगत नूं जोड़ना। गुरु दे शब्द नाल गुरु दी विचार नाल संगत नूं जोड़न दा मतलब हुंदा है। ये जेड़े आपां दिहाड़े मनाउने होर कोई मतलब नहीं हुंदा। आपां आपदे गुरु पीरां नूं याद करदे उन्हां ने साडे जीवन विच किन्ने पूरने पाए। ते साध संगत जी रहो विचार आओ कित्थे जुड़दे ओ मन किते न टिकदा जी टिकदा गुर चरना विच।
ਭਾਵਨ ਭਗਤ ਨ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਉ, ਪੈਜ ਰੱਖੋ ਰਾਜਾ ਰਾਮ ਮੇਰੀ। ਇਹ ਵਾਹਿਗੁਰੂ ਮੇਰੀ ਪੈਜ ਰੱਖ, ਅਕਾਲ ਪੁਰਖ ਮੇਰੀ ਪੈਜ ਰੱਖ। ਇੰਨੇ ਪ੍ਰੇਮ ਦੇ ਸ਼ਬਦ ਨੇ ਨਾ ਗੁਰਬਾਣੀ ਵਿੱਚ ਭਗਤ ਜੀ ਦੇ। ਕੂਪ ਪਰਿਓ ਜੈਸੇ ਦਾਦਰਾ, ਕਿਛ ਦੇਸ਼ ਵਿਦੇਸ਼ ਨ ਬੂਝ, ਇਉ ਮੇਰਾ ਬਿਨ ਵਿਖਿਆ ਬਿਮੋਹਿਆ, ਕਿਛ ਆਰਾ ਪਾਰ ਨਾ ਸੂਝ। ਦੱਸੋ ਬਈ ਉਹਨਾਂ ਦਾ ਮਨ ਕੋਈ ਵਿਖਿਆ ਨਾਲ ਜੁੜਿਆ ਹੋਇਆ ਸੀ, ਪਰ ਬੇਨਤੀ ਪਰਮਾਤਮਾ ਅੱਗੇ ਹੋਈ ਹੈ ਵੀ ਮੈਂ ਨਿਮਾਣਾ, ਮੈਂ ਨਤਾਣਾ, ਨਿਮਰਤਾ ਵਿੱਚ ਆ ਕੇ, ਪ੍ਰੇਮ ਵਿੱਚ ਆ ਕੇ ਵਾਹਿਗੁਰੂ ਦੇ ਉਹ ਬੋਲ ਗੁਰਬਾਣੀ ਤੇ ਸਾਧ ਸੰਗਤ ਜੀ ਉਹ ਬੋਲ ਬੋਲੇ, ਇਹ ਵਾਹਿਗੁਰੂ ਮੈਨੂੰ ਤੇਰਾ ਆਰਾ ਪਾਰ ਦਾ ਪਤਾ ਨਹੀਂ ਹੈ। ਮੇਰਾ ਮਨ ਕੂਪ ਪਰਿਓ ਜੈਸੇ ਦਾਦਰਾ, ਜਿਵੇਂ ਚਿਕੜ ਵਿੱਚ ਬੈਠਾ ਉਹ ਡੱਡੂ। ਇਹ ਸਾਧ ਸੰਗਤ ਜੀ ਨੂੰ ਬਾਹਰ ਦੀ ਦੁਨੀਆ ਦਾ ਪਤਾ ਨਹੀਂ ਹੈ, ਉਹਦੇ ਡੱਡੂ ਵਾਲਾ ਕੰਮ ਹੈ ਚਿਕੜ ਵਿੱਚ। ਇਹ ਮੇਰਾ ਮਨ ਵਿਖੇ ਵਿਕਾਰਾਂ ਰੂਪੀ ਚਿਕੜ ਵਿੱਚ ਫਸਿਆ ਹੋਇਆ ਹੈ। ਕੂਪ ਪਰਿਓ ਜੈਸੇ ਦਾਦਰਾ, ਕਿਛ ਦੇਸ਼ ਵਿਦੇਸ਼ ਨਾ, ਮੈਂ ਤੇਰੇ ਦੇਸ਼ ਦੀ ਵਾਹਿਗੁਰੂ, ਮੈਂ ਤੇਰੇ ਅਗੰਮੀ ਖੇਡ ਦੀ ਪਰਮਾਤਮਾ, ਮੈਂ ਤੇਰੇ ਨਾਮ ਦੀ ਮਹਿਮਾ ਨੂੰ ਨਹੀਂ ਜਾਣ ਸਕਦਾ। ਕਿਉਂ ਮੇਰਾ ਮਨ ਵਿਖਿਆ ਬਿਮੋਹਿਆ, ਕਿਛ ਆਰਾ ਪਾਰ ਨਾ ਸੂਝ, ਮੈਨੂੰ ਸਮਝ ਨਹੀਂ ਹੈ। ਫਿਰ ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਦੀ, ਮਰਨ ਪਈ ਮਤ ਮਾਧਵ, ਤੇਰੀ ਗਤ ਲਖੀ ਨਾ ਜਾਏ। ਮੇਰੀ ਮਤ ਜਿਹੜੀ ਹੈ ਮਲੀਨ ਹੋਈ ਪਈ ਹੈ, ਪਰ ਪਰਮੇਸ਼ਰ ਮੈਨੂੰ ਆਪਣੀ ਸਮਤ ਬਖਸ਼, ਮੇਰੇ ਤੇ ਕਿਰਪਾ ਕਰੋ। ਕਿੱਡਾ ਸੱਚਾ ਜੀਵਨ, ਕਿੱਡਾ ਉੱਚਾ ਜੀਵਨ, ਕਿੰਨਾ ਪਿਆਰ ਵਾਲਾ ਸੰਤੋਖੀ ਜੀਵਨ, ਗਰੀਬੀ ਵਿੱਚ ਰਹਿ ਕੇ। ਆਓ ਆਪਾਂ ਉਹਨਾਂ ਦਾ ਜਿਹੜਾ ਇਹ ਪ੍ਰਕਾਸ਼ ਜਿਹੜਾ ਮਨਾਇਆ। ਸਾਧ ਸੰਗਤ ਜੀ ਇਤਿਹਾਸ ਤਾਂ ਤੁਸੀਂ ਸਭ ਨੇ ਸੁਣਿਆ, ਜਿਹੜੀਆਂ ਗੁਰਬਾਣੀ ਵਿੱਚ ਬਚਨ ਹੁੰਦੇ ਨਾ ਮਹਾਰਾਜ ਜੀ, ਇਹਨਾਂ ਨੂੰ ਪੜ੍ਹਿਆ ਕਰੋ ਤੇ ਉਹ ਸ਼ਬਦਾਂ ਨੂੰ ਵਿਚਾਰਿਆ ਕਰੋ, ਜੀਵਨ ਵਿੱਚ ਲਾਗੂ ਕਰੋ। ਫਿਰ ਦੇਖੋ ਸਾਧ ਸੰਗਤ ਜੀ ਕਿਵੇਂ ਪ੍ਰਮਾਤਮਾ ਨਾਲ ਲਗਾ ਬਣਦਾ, ਕਿਵੇਂ ਪਰਮੇਸ਼ਰ ਨਾਲ ਨੇੜਤਾ ਬਣਦੀ। ਸਾਰੇ ਕਾਰਜ ਫਿਰ ਰੱਬ ਕਰਦਾ ਹੈ, ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਆਪੇ ਕਰਦਾ ਹੈ। ਸਾਧ ਸੰਗਤ ਜੀ ਬੰਦਾ ਕਰ ਕੁਝ ਨਹੀਂ ਸਕਦਾ, ਇਹ ਸਭ ਉਹਦਾ ਕੀਤਾ ਵਰਤ ਹੈ। ਕਰਨਹਾਰ ਉਹ ਪਰਮੇਸ਼ਰ ਹੈ। ਇਸ ਕਰਕੇ ਸੋ ਸਾਧ ਸੰਗਤ ਜੀ ਉਹਨਾਂ ਦਾ ਜਿਹੜਾ ਜਨਮ ਹੋਇਆ, ਭਾਵੇਂ ਇੱਕ ਇਹਨਾਂ ਜਾਤਾਂ ਨੂੰ ਸ਼ੂਦਰ ਕਹਿ ਕੇ ਬੁਲਾਇਆ ਜਾਂਦੇ, ਬਾਬਾ ਜੀ ਨੇ ਦੱਸਿਆ ਸ਼ੂਦਰ ਨੀਵੀਆਂ ਜਾਤਾਂ ਸਮਝਿਆ ਜਾਂਦਾ। ਕਬੀਰ ਸਾਹਿਬ ਨੇ ਇੱਕ ਵਚਨ ਕੀਤੇ, ਕਬੀਰ ਜੀ ਕਹਿੰਦੇ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਨ। ਕੀ ਹੋ ਗਿਆ? ਕਹਿੰਦੇ ਵੀ ਆਪਾਂ ਕਹਿ ਦਿੰਦੇ ਆ ਵੀ ਅਸੀਂ ਨੀਵੀਂ ਜਾਤ, ਨਹੀਂ, ਜਾਤ ਕੋਈ ਨੀਵੀਂ ਜਾਤ ਕਰਕੇ ਬੰਦਾ ਨੀਵਾਂ ਨਹੀਂ ਹੁੰਦਾ, ਬੰਦਾ ਆਪਣੇ ਕਰਮਾਂ ਕਰਕੇ ਨੀਵਾਂ ਜਾਂ ਉੱਚਾ ਹੁੰਦਾ। ਜਿਹਦੇ ਕਰਮ ਮਾੜੇ ਨੇ ਨਾ ਉਹ ਨੀਵੇਂ, ਜਿਹਦੇ ਕਰਮ ਸੱਚੇ ਨੇ, ਸੁੱਚੇ ਨੇ, ਉਹ ਬੰਦਾ ਜੀਵਨ ਵਿੱਚ ਉਚਾਈਆਂ ਛੂਹਦਾ, ਬੁਲੰਦੀਆਂ ਛੂਹਦਾ। ਕੋਈ ਅੱਜ ਕਹਿ ਸਕਦਾ ਭਗਤ ਰਵਿਦਾਸ ਜੀ ਦੇ ਬਰਾਬਰ? ਕੋਈ ਕਹਿ ਸਕਦਾ? ਵੱਡੇ ਵੱਡੇ ਰਾਜੇ ਮਹਾਰਾਜੇ ਹੋਏ ਉਸ ਸਮੇਂ ਦੇ, ਕੋਈ ਯਾਦ ਕਰਦਾ ਉਹਨਾਂ ਨੂੰ? ਕੋਈ ਰਾਜਿਆਂ ਨੂੰ, ਵਜ਼ੀਰਾਂ ਨੂੰ, ਵੱਡੇ ਧਨੀ ਲੋਕਾਂ ਨੂੰ ਆਪਾਂ ਯਾਦ ਕਰਦੇ ਹਾਂ? ਅੱਜ ਵੀ ਬੈਠੇ ਉਹਨਾਂ ਦੀ ਯਾਦ ਵਿੱਚ ਜੁੜੇ। ਨੀਚ ਜਾਤ ਹਰ ਜਪਦੇ ਉਤਮ ਪਦਵੀ ਪਾਏ, ਪੁੱਛੋ ਵਿਦਰ ਦਾਸੀ ਸੁਤੇ, ਜਿਸ ਕ੍ਰਿਸ਼ਨ ਆਇਆ ਘਰ ਆਏ। ਫਿਰ ਭਗਤ ਰਵਿਦਾਸ ਜੀ ਨੇ ਤੇ ਸਾਧ ਸੰਗਤ ਜੀ ਨੀਚ ਜਾਤ ਤੋਂ, ਪਤਤ ਜਾਤ ਤੋਂ ਉਤਮ ਪਿਆਚਾਰ ਵਰਨ ਆਏ ਪਗ ਆਏ। ਨੀਚ ਜਾਤ ਪੁੱਛੋ ਵਿਦਰ ਦਾਸੀ ਸੁਤੇ, ਜਿਸ ਕ੍ਰਿਸ਼ਨ ਉਤਰਿਆ ਘਰ ਆਏ। ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਆਵੇ। ਇੱਕ ਨਿਮਖ ਦੇ ਵਿੱਚ ਰਵਿਦਾਸ ਜੀ ਦੀ ਸ਼ੋਭਾ ਫੈਲ ਗਈ ਸਾਰੇ ਸੰਸਾਰ ਵਿੱਚ। ਕਿਉਂ? ਕਿਉਂਕਿ ਪ੍ਰਮਾਤਮਾ ਦਾ ਭਜਨ ਕੀਤਾ। ਉਹਨਾਂ ਦੀ ਸ਼ੋਭਾ ਇਉਂ ਫੈਲ ਗਈ ਸਾਧ ਸੰਗਤ ਜੀ, ਕਾਂਸੀ ਤੱਕ ਇਕੱਲੇ ਨਹੀਂ, ਪੂਰੇ ਭਾਰਤ ਹਿੰਦੁਸਤਾਨ ਦੇ ਵਿੱਚ ਉਹਨਾਂ ਦੀ ਸ਼ੋਭਾ ਫੈਲ ਗਈ ਵੀ ਇੱਕ ਸੱਚਾ ਭਗਤ ਹੈ ਪ੍ਰਮਾਤਮਾ ਦਾ, ਉਹ ਰਵਿਦਾਸ ਹੈ। ਆਓ ਕਬੀਰ ਜੀ ਇੱਕ ਵਚਨ ਕਹਿੰਦੇ ਨੇ, ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ। ਕਹਿੰਦੇ ਮੇਰੀ ਜਾਤ ਤੇ ਦੁਨੀਆ ਹੱਸਦੀ ਵੀ ਇਹ ਜਲਾ ਹੈ।
ये चमार है, ये मजहबी है। पर गुरु ग्रंथ साहब महाराज जी ने तो एक कर दिता सारे। गुरु कलगीधर दशमेश पिता ने आबे हयात दे के अमृत दी दात दे के किसी दी जात नहीं पूछी। 22 धार दे राजियां ने कहा सी जदों अमृत दी दात देण लगे महाराज, कहंदे इन्हां दा बट्टा बखरा कर दो असीं अमृत छक लांगे। वो कहंदे महाराज हस पे कहंदे ये नहीं हो सकता, गुरु नानक दे घर इक्को दात वरतेगी सब लई, इत्थे कोई जात जात नहीं देखी जाती। कोई पुछदा जात ठीक है, जेड़े हंकारी अभिमानी हुंदे ने साध संगत जी, वो बकरी गल है। संसार में बहुत तरह के लोग ने, पर कोई कर नहीं सकता। महाराज ने सब कुछ मिटाता। कबीर मेरी जात को सबको हंसने हारो, कहते दुनिया हंसदी सी मेरी जात, बलिहारी इस जात के जिन जपियो सिरजनहार। कहते मैं तो बलिहार जाना सौखा कर्मा वाला, मैं नीम जात विच आया परमात्मा की बंदगी की। जे किते वड्डियां दे घरे जन्म ले लैंदा शायद मैं बंदगी नहीं कर सकता। जिन्नियां किसी नूं सुख सहूलतां हुंदियां ना, उन्हां रब नूं भुलदा है। जिन्ना बंदा दुख च कमजोरी च याद करदा परमात्मा नूं। इह साध संगत जी इस करके कोई ये नहीं कह सकता नीवी जात। कर्म करके बंदा नीवा हुंदा है, कर्म करके। जे माड़े कर्म हुण आपां नगर च रहने, माड़े कर्म करांगे भावें किन्ना जरदारां दे जट्टां दे घर दा जन्म होवे, आपां कहणांगे तां इन्हां नूं भी माड़ा ही है। कर्म जिहदा कर्म चंगा है ਉਹਨੂੰ कोई नहीं कह सकदा। साध संगत जी धर्म ਨੂੰ ਮੰਨਣ ਵਾਲਾ ਮਨੁੱਖ ਉਹਨੂੰ ਨੀਵਾਂ नहीं कदे ਕੋਈ। ਉਹ ਕਹੋਗੇ ਤਾਂ ਬਹੁਤ ਪਿਆਰ ਵਾਲਾ ਹੈ परमात्मा ਦਾ ਨਾਮ ਲੈਣ ਵਾਲਾ। इस करके एडा संतोखी जीवन रखिया। रविदास ढवंता ढो नीत ते ना त्यागी माया, प्रगट हुआ साध संग दर्शन पाया। दी शोभा फैल गई सारे जहां, क्योंकि परमात्मा का दर्शन प्राप्त कर लिया, वाहिगुरू को प्राप्त कर लिया, अपने जीवन का मनोरथ पूरा कर लिया। आए जीवन विच असीं भी परमात्मा का नाम जपण वास्ते हैं। भई प्राप्त मनुख दे हुरिया, गोबिंद मिलन की तेरी वारिया। है तां परमात्मा दे मिलन दी वारी है। ये बकरी गल है भी आपां रब वाले पासे तुरे नहीं, संसार वाले पासे तुरे हुए। ये बकरी गल है। आपां कहने भी आ कुछ बना लीए, आ कुछ बना लीए, बनदा होई है जिहड़ा कर्मां च है। पर साध संगत जी जिहड़ा सच्ची भगती परमात्मा नाल जोड़ लैंदा है, ਉਹਦੇ सारे कारज भी वाहिगुरू आप ही करदा है ते ਉਹਦਾ जीवन भी सफल हो जाता है। इस करके ते साध संगत जी ये गेड़ा है, मुकदा नहीं। क्योंकि भगत जी ने ये गल अपनी गुरबाणी विच संबोधन करके सानू सारिਆਂ ਨੂੰ कहा कि बहुत जन्म विछड़े थे मानो। ये वाहिगुरू बहुत जन्म हो गए तेरे तो विछड़िया में, आ जन्म तो तेरे लेखे विच लाउण वाला है। हे परमेश्वर बहुत जन्म विछड़े थे माधो, ये जन्म तुम्हारे लेखे। कह रविदास आस लग जीवो, मैं तो आशा करके जुड़िया महाराज। चिर पयो दर्शन देके, वाहिगुरू मैनू दर्शन दे। हे परमात्मा अकाल पुरख प्रतख हो, मैनू दर्शन दारे बख्श, मैनू अपनी भगती बख्श, मेरे ते कृपा कर, मैनू सूझ बूझ दे, मैनू बंदगी दे। ते साध संगत जी गुरबाणी विच जे बंदा मन्ने ना, बंदा बंदा किनू मन्ने? बंदा सो जो बंदगी गहे। कई जगह पर 3-4 जगह ते आउंदा है, कर बंदे तू बंदगी। तू बंदा बन जा। बंदा कौन है? शरीर बंदा नहीं है, ये बॉडी नू बंदा नहीं कहा जाता। बंदा वो है जेड़ा बंदगी करता है। गुरबाणी दे सुधा मुताबिक बंदा बंदगी करने वाला है। जे गुरु साहब जी आपां गल सरवण करते हाँ तां बंदा वो है, किसी आपां पशु नूं नहीं कहते भी बंदा, पशु नूं कहने भी पशु बन जा, मझ नूं कहने मझ बन जा, बकरी नूं कहने बकरी बन जा, कुत्ते नूं कहने कुत्ता बन जा। जे किते लक्षण खराब होण बंदे नूं ये कहना वो तू बंदा बन जा, क्योंकि तेरे लक्षण बंदियां वाले, करतूत पशु की मानस जात। जाति मनुख है, पैदा मनुख होया, पर करतूतां पशुआं नालों किते भैड़ियां ने। पशु भी किसी मर्यादा च रहिंदा है, बंदे दा एडा हलक वैसा संगत जी।
ਆਪਾਂ ਸੰਗਤ ਰੂਪ ਬਣ ਕੇ ਬੈਠੇ ਆ, ਆਪਣੇ ਮਨ ਨੂੰ ਪਤਾ ਹੈ ਬੰਦੇ ਦਾ ਕਿੱਡਾ ਹਲਕ ਹੈ। ਬੰਦਾ ਤਾਂ ਸਾਰੀਆਂ ਹੱਦਾਂ ਟੱਪ ਜਾਂਦੇ, ਪਸ਼ੂ ਵੀ ਕਿਸੇ ਮਰਜ਼ਾਦਾ 'ਚ ਨਹੀਂ। ਉਹ ਤੇਰੇ ਨਾਲ ਦਾ ਪਸ਼ੂ ਪੰਛੀ ਵੀ ਚੰਗੇ ਕਹਿਤਾ, ਹੋਂ ਬਲਿਹਾਰੀ ਤੇ ਨਾ ਪੰਖੀਆਂ, ਜੰਗਲ ਜਿੰਨਾ ਵਾਸ, ਕੰਕਰ ਚੋਗਨ ਥਲ ਵਸਨ, ਰੱਬ ਨਾ ਚੋੜਨ। ਬਸ ਤੇਰੇ ਨਾਲ ਤਾਂ ਪੰਛੀ ਵੀ ਚੰਗੇ ਨੇ, ਪਸ਼ੂ ਵੀ ਚੰਗੇ। ਪਸ਼ੂ ਮੇਰੇ ਚੰਗਿਆਈਆਂ ਖੜ ਖਾਏ ਅਮਰਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ। ਜਿਹੜਾ ਪਰਮਾਤਮਾ ਦੀ ਬੰਦਗੀ ਤੋਂ ਵਿਹੂਣਾ ਮਨੁੱਖ ਹੈ ਨਾ, ਉਹਦੇ ਕਰਮਾਂ ਨੂੰ ਤ੍ਰਿਕਾਲ ਹੈ। ਪੜੋ ਗੁਰਬਾਣੀ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਪਰਿਵਾਰ ਕਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ, ਔੜੀ ਛੁਟਕੀ ਫਿਰ ਹਾਥ ਨਾ ਆਵੇ, ਐਲਾ ਜਨਮ ਗਵਾਇਆ। ਉਹ ਫਿਰ ਜੇ ਆ ਮੌਕਾ ਲੰਘਿਆ ਫਿਰ ਨਹੀਂ। ਬੰਦਾ ਉਹ ਹੈ ਜਿਹੜਾ ਬੰਦਗੀ ਕਰਦਾ ਹੈ। ਬੰਦੇ ਨੂੰ ਕਹਿਣਾ ਪੈਂਦਾ ਤੂੰ ਬੰਦਾ ਬਣ ਜਾ, ਤੇਰੇ ਲੱਛਣ ਬੰਦੇ ਵਾਲੇ ਨਹੀਂ। ਕਿਸੇ ਪਸ਼ੂ ਜਾਨਵਰ ਨੂੰ ਨਹੀਂ ਆਪਾਂ ਕਹਿੰਦੇ। ਤੇ ਫਿਰ ਸਾਧ ਸੰਗਤ ਜੀ, ਬੰਦਾ ਇੱਕ ਹੋਰ ਗੁਰਬਾਣੀ ਵਿੱਚ ਬਚਨ ਕੀਤਾ ਹੈ, ਵਕਤ ਵਿਚਾਰੇ ਸੋ ਬੰਦਾ। ਵਕਤ ਨੂੰ ਵਿਚਾਰ। ਕਿਹੜਾ ਵਕਤ ਵਿਚਾਰਨਾ ਹੈ? ਇਹ ਵਕਤ ਵਿਚਾਰਨਾ ਵੀ ਮੇਰਾ ਵਕਤ ਹੈ, ਜਿਹੜਾ ਟਾਈਮ ਹੈ ਪਰਮਾਤਮਾ ਦੀ ਬੰਦਗੀ ਵਾਲਾ ਹੈ, ਇਹ ਲੰਘਦਾ ਜਾਂਦਾ ਹੈ। ਇਹ ਸਮਾਂ ਦੁਬਾਰੇ ਨਹੀਂ ਆਉਂਦਾ। ਆ ਜਿਹੜੀਆਂ ਘੜੀਆਂ ਟੱਪ ਗਈਆਂ ਦੁਬਾਰੇ ਆ ਜਾਣਗੀਆਂ। ਘੜੀ ਦੀਆਂ ਸੂਈਆਂ ਇੱਕ ਵਾਰੀ ਟਾਈਮ ਤੋਂ ਲੰਘ ਗਈਆਂ, ਵਾਪਸ ਆਉਣਗੀਆਂ ਤੇ ਨਹੀਂ ਆਉਂਦੀਆਂ। ਸਾਧ ਸੰਗਤ ਜੀ, ਜਿਹੜੇ ਪਾਣੀ ਦਰਿਆ ਵਿੱਚ, ਨਦੀਆਂ ਵਿੱਚ ਇੱਕ ਵਾਰੀ ਵਹਾ ਲੰਘ ਗਿਆ, ਉਹ ਵਾਪਸ ਕਦੇ ਆਊਗਾ? ਸਿਆਣੇ ਪੁਰਖ ਕਹਿੰਦੇ ਨੇ ਟਾਈਮ ਜਿਹੜਾ ਲੰਘ ਗਿਆ ਉਹ ਵਾਪਸ ਨਹੀਂ ਆਉਂਦਾ। ਇਸ ਕਰਕੇ ਇਸ ਸੰਭਾਲ, ਇਸ ਸਮੇਂ ਨੂੰ ਕਰ ਸਫਲ ਉਡਾਂਦਾ ਜਾਮਦਾ, ਇਹ ਠਹਿਰ ਨੂੰ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇਹ ਮੁੜ ਕੇ ਨਹੀਂ ਫਿਰ ਆਉਂਦਾ ਟਾਈਮ। ਪਾਣੀ ਜੋ ਨਦੀਆਂ ਦੇ ਇੱਕ ਵਾਰੀ ਬਹਿ ਗਏ, ਸੋ ਰਹੋ ਵਿਚਾਰ। ਉਹਨਾਂ ਦੀ ਸੋਭਾ ਜਹਾਨ ਵਿੱਚ ਫੈਲੀ, ਇਹੋ ਜਿਹੇ ਕਾਰਨਾਮੇ ਹੋਏ ਜੀਵਨ ਵਿੱਚ। ਤੇ ਸਾਧ ਸੰਗਤ ਜੀ, ਇਮਤਿਹਾਨ ਵੀ ਹੁੰਦੇ ਨੇ, ਇਮਤਿਹਾਨ ਵੀ ਹੁੰਦੇ ਨੇ। ਹੁਣ ਬੱਚੇ ਸਾਲ ਭਰ ਪੜ੍ਹਦੇ ਨੇ, ਪੜ੍ਹਾਈ ਕਰਦੇ ਨੇ। ਤੇ ਸਾਧ ਸੰਗਤ ਜੀ, ਫਿਰ ਜਦੋਂ ਐਗਜ਼ਾਮ ਹੁੰਦੇ ਨਾ, ਉਦੋਂ ਪਤਾ ਲੱਗਦਾ ਵੀ ਕਿਹਨੇ ਕਿੰਨਾ ਕੁ ਪੜ੍ਹਿਆ, ਕਿਹਨੇ ਕਿੰਨਾ ਕੁ ਪੜ੍ਹਿਆ। ਸਾਲ ਭਰ ਮਿਹਨਤ ਕਰਦੇ ਨੇ ਬੱਚੇ, ਉਹਦਾ ਰਿਜ਼ਲਟ ਆਏ ਤੋਂ ਪਤਾ ਲੱਗਦਾ ਫਿਰ ਕਿਹਨੇ ਕਿੰਨੀ ਕੁ ਮਿਹਨਤ ਕੀਤੀ। ਸੋ ਇਸ ਵਾਸਤੇ ਇਹ ਸਮੇਂ ਹੁੰਦੇ ਨੇ, ਪਰਖਾਂ ਦੇ ਵੀ ਸਮੇਂ ਹੁੰਦੇ ਨੇ।
परख भी हुई उन्होंने। ਇਹ ਸਾਧ ਸੰਗਤ ਜੀ ਇਹ ਕਿਹਾ ਵੀ ਇਹ ਸੱਚਾ ਭਗਤ ਕਿਵੇਂ ਹੋ ਸਕਦਾ ਹੈ। ਸਮੇਂ ਦੇ ਜਿਹੜੇ ਜਾਤ ਦੇ ਅਭਿਮਾਨੀ ਸੀ, ਵੱਡੇ ਗੁਣਾਂ ਵਾਲੇ, ਕਿ ਆਪਣੇ ਆਪ ਨੂੰ ਕਹਾਉਣ ਵਾਲੇ ਵੀ ਅਸੀਂ ਭਗਤੀ ਕਰ ਸਕਦੇ ਰੱਬ ਦੀ, ਇਹ ਨੀਚ ਕਰ ਜੰਮ ਕੇ ਪੈਦਾ ਹੋ ਕੇ ਭਗਤੀ ਨਹੀਂ ਕਰ ਸਕਦੇ। ਇਹ ਉਦੋਂ ਅਲਾਉਡ ਨਹੀਂ ਸੀ। ਨੀਚਿਆਂ ਜਾਤਾਂ ਵਾਲੇ ਭਗਤੀ ਨਹੀਂ ਕਰ ਸਕਦੇ। ਨਾਮਦੇਵ ਨੂੰ ਦੋਹਰੇ ਚ ਧੱਕੇ ਮਾਰ ਕੇ ਬਾਹਰ ਕੱਢਦਾ ਸੀ। ਉਹਨਾਂ ਦੀ ਗੁਰਬਾਣੀ ਪੜੋ, ਹਸਤ ਖੇਲਤ ਤੇਰੇ ਦੋਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਇ। ਮੈਂ ਵਾਹਿਗੁਰੂ ਮੈਂ ਤੇਰੀ ਭਗਤੀ ਨਹੀਂ ਕਰਦਾ, ਮੈਨੂੰ ਇੱਥੇ ਕਿਉਂ ਜਨਮ ਦਿੱਤੇ। ਲੈ ਕਮਲੀ ਚੱਲਿਓ ਲਪਟਾਏ, ਦੋਹਰੇ ਪਾਛੇ ਬੈਠਾ ਜਾਏ। ਕਹਿੰਦੇ ਭਗਤ ਨਾਮਦੇਵ ਜੀ ਜਦੋਂ ਕਿਤੇ ਮੇਰੀ ਸੰਗਤ ਲੱਗੀ ਹੈ, ਕੋਈ ਵੀ ਇੱਥੇ ਆ ਸਕਦਾ, ਕੌਣ ਰੋਕਦਾ ਕਿਸੇ। ਭਾਵੇਂ ਕਿਸੇ ਦੀ ਕੋਈ ਜਾਤੀ ਹੈ, ਨੀਵੇਂ ਉੱਚੇ, ਇਹਦੇ ਨਾਲ ਤਾਂ ਕੋਈ ਮਤਲਬ ਹੀ ਨਹੀਂ। ਸੰਗਤ ਦਾ ਸੰਗਤ ਰੂਪ ਨਾਲ ਸਾਰੇ ਆਪਾਂ, ਇਹ ਤਾਂ ਬੋਲਣ ਵਾਲੇ ਦੀ ਇੱਕ ਡਿਊਟੀ ਹੈ। ਸਾਧ ਸੰਗਤ ਜੀ ਕੋਈ ਉੱਚਾ ਵੱਡਾ ਛੋਟਾ ਨਹੀਂ ਹੈ ਇੱਥੇ। ਅਸੀਂ ਕੋਈ ਇਹ ਨਹੀਂ ਵੀ ਮੈਂ ਤੁਹਾਨੂੰ ਕੁਝ, ਮੈਂ ਤਾਂ ਤੁਹਾਡੇ ਨਗਰ ਦੀ ਹਾਂ, ਤੁਸੀਂ ਮੇਰੇ ਬਾਰੇ ਜਾਣਦੇ ਹੋ। ਇਹ ਤਾਂ ਆਪਾਂ ਕਿ ਰਲ ਮਿਲ ਕੇ ਵਿਚਾਰ ਕਰਦੇ ਹਾਂ ਮਹਾਰਾਜ ਜੀ, ਉਹਨਾਂ ਦੀ ਉਸਤਤ ਕਰਦੇ ਹਾਂ, ਉਹਨਾਂ ਦੀ ਬਾਣੀ ਵਿਚਾਰ ਰਹੇ ਆਪਾਂ। ਕੋਈ ਇੱਥੇ ਵੱਡਾ ਛੋਟਾ ਕੋਈ ਨਹੀਂ ਹੈ। ਸੰਗਤ ਰੂਪ ਆ ਸਾਰੇ, ਇੱਕੋ ਹੀ ਰੂਪ ਹੈ। ਕਿਉਂਕਿ ਸੰਗਤ ਵਿੱਚ ਪਰਮੇਸ਼ਰ ਦਾ ਵਾਸ ਹੁੰਦਾ ਹੈ। ਸੰਗਤ ਜੁੜ ਕੇ ਬਣਦੀ ਹੈ, ਕੋਈ ਇੱਕ ਬੰਦਾ ਸੰਗਤ ਨਹੀਂ ਹੋ ਸਕਦਾ। ਸੰਗਤ ਪਰਮਾਤਮਾ ਦਾ ਨਾਮ ਜਪਣ ਵਾਲੇ ਜਦੋਂ ਇਕੱਤਰ ਹੁੰਦੇ ਨੇ, ਉਹ ਸੰਗਤ ਕਹਿੰਦੇ ਨੇ। ਕਿਸੇ ਇਕੱਠ ਦਾ ਨਾਮ ਸੰਗਤ ਨਹੀਂ ਹੈ। ਇਕੱਠ ਦਾ ਗਾਉਣ ਵਾਲਿਆਂ ਦੇ ਇੱਥੇ ਜੇ ਕੋਈ ਲੱਗਿਆ ਹੁੰਦਾ, ਆਪਾਂ ਨੂੰ ਪਤਾ ਹੀ ਹੈ, ਖੜਨ ਨੂੰ ਥਾਂ ਨਹੀਂ ਹੋਣਾ ਸੀ ਹੁੰਦਾ। ਕੋਈ ਨਾਚ ਵਾਲਾ ਲੱਗਿਆ ਹੁੰਦਾ ਇੱਥੇ, ਸਾਰਾ ਪਿੰਡਾ ਉਤਰਦਾ। ਪਰ ਹੁਣ ਉਹ ਆਇਓ ਜਿਨ੍ਹਾਂ ਨੇ ਸੁਣਨਾ, ਜਿਨ੍ਹਾਂ ਦੇ ਕਰਮਾਂ 'ਚ ਭਾਗਾਂ ਬਿਨਾਂ ਸੰਗਤ ਨਹੀਂ ਆ ਸਕਦਾ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀਓ। ਜਿਹੜਾ ਸੰਗਤ ਤੋਂ ਬਿਨਾਂ ਕਰਮ ਹੈ, ਉਹ ਮੈਲ ਭਰਦੀ ਹੈ। ਸੰਗਤ 'ਚ ਆ ਕੇ ਮਨ ਦੀ ਮੈਲ ਲੈਂਦੀ ਹੈ। ਗੱਜ ਕੇ ਆਖੋ ਸਤਿਨਾਮ। ਇਹ ਸਾਧ ਸੰਗਤ ਦੀ ਪਰਖ ਦੀ ਕੜੀ। ਭਗਤ ਰਵਿਦਾਸ ਜੀ ਕਹਿੰਦੇ ਜਿਹੜਾ ਹਰਸਿਓ ਹੀਰਾ ਛੱਡ ਕੇ ਕਰੇ ਆਨ ਕੀ ਆਸ, ਪਰਮਾਤਮਾ ਰੂਪੀ ਭਜਨ ਬੰਦਗੀ ਛੱਡ ਕੇ ਬੰਦਾ ਮਾਇਆ ਨੂੰ ਦੌੜੇ ਫਿਰਦਾ। ਮਾਇਆ ਮੰਗਦਾ, ਸ਼ੌਹਰਤਾਂ ਮੰਗਦਾ, ਤੇ ਸਾਧ ਸੰਗਤ ਜੀ ਵਡਿਆਈਆਂ ਮੰਗਦਾ। ਕਈ ਵਾਰ ਮੈਂ ਦੇਖਿਆ, ਆਪਾਂ ਨਗਰ ਜੀ ਰਹਿਣੇ, ਜੇ ਕਿਸੇ ਨੂੰ ਪੰਚ ਸਰਪੰਚ ਕੋਈ ਐਮਐਲਏ ਬਣਾਉਣਾ, ਹਰੇਕ ਮੂਹਰੇ ਹੈ, ਮੈਨੂੰ ਬਣਾਓ, ਮੈਨੂੰ ਪਤਾ। ਜੇ ਕਿਸੇ ਨੂੰ ਕੋਈ ਸੇਵਾਦਾਰ ਕਹਿੰਦੇ ਵੀ ਤੈਨੂੰ ਆਹ ਸੇਵਾ ਲਾਉਣੀ, ਹਰੇਕ ਭੱਜੂ ਉੱਥੋਂ। ਸੇਵਕ ਬਣਨਾ ਔਖਾ ਹੈ, ਮੁਰਦਾ ਹੋਏ ਮਰੀਦ ਅੰਗਦੀ। ਪਰ ਜਿਹੜਾ ਸੇਵਕ ਬਣ ਗਿਆ ਨਾ, ਫਿਰ ਜਿਹੜਾ ਸੇਵਕ ਬਣ ਗਿਆ, ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ। ਜਿਹੜਾ ਪਰਮਾਤਮਾ ਦਾ ਗੁਰੂ ਦਾ ਸੇਵਕ ਬਣ ਗਿਆ, ਉਹ ਗੁਰੂ ਵਰਗਾ ਬਣ ਜਾਏ। ਜਿਹੜਾ ਪਰਮਾਤਮਾ ਦਾ ਸੇਵਕ ਬਣ ਗਿਆ, ਉਹ ਪਰਮੇਸ਼ਰ ਵਰਗਾ ਬਣ ਜਾਏਗਾ, ਇੱਕੋ ਹੀ ਰੂਪ ਹੋ ਜਾਏਗਾ। ਭੇਦ ਨਾ ਜਾਣੋ ਮਾਨਸ ਦਿਆ, ਜਲੇ ਤਰੰਗ ਉਠੇ ਵੋ ਭਾਤੀ, ਸਲਲੇ ਸਰਲ ਸਮਾਏ। ਇਸ ਤਰ੍ਹਾਂ ਸੋ ਰਹੋ ਵਿਚਾਰ, ਹਰ ਸਿਉ ਹੀਰਾ ਛੱਡ ਕੇ ਕਰੇ ਆਣ ਕੀ ਆਸ, ਤੈ ਨਰ ਦੋਜਕ ਜਾਏਂਗੇ ਸਤ ਭਾਖੈ ਰਵਿਦਾਸ। ਉਹ ਸਾਧ ਸੰਗਤ ਜੀ ਸੱਚ ਭਾਖਿਆ ਕੀਤੀ ਆ ਉਹਨਾਂ ਨੇ। ਕਹਿੰਦੇ ਜਿਹੜਾ ਪਰਮਾਤਮਾ ਦਾ ਭਜਨ ਛੱਡ ਕੇ ਅਹੁਦਿਆਂ ਮਗਰ, ਦੁਨੀਆ ਦੀਆਂ ਮਾਇਆ ਮਗਰ, ਸ਼ੋਹਰਤਾਂ ਮਗਰ, ਵਡਿਆਈਆਂ ਮਗਰ ਦੌੜਿਆ ਫਿਰੇਗਾ, ਉਹਦਾ ਦੋਜਕਾਂ ਨੂੰ ਜਾਊ, ਉਹਨੂੰ ਝੱਲਣੇ ਪੈਣਗੇ ਦੁੱਖ। ਜਿਹੜਾ ਪਰਮੇਸ਼ਰ ਦੀ ਭਗਤੀ ਕਰੋ, ਸਦੀਵੀ ਸੁਖੀ ਹੋ ਜਾਊਗਾ, ਸਦੀਵੀ ਵਾਸਤੇ, ਸਦਾ ਵਾਸਤੇ ਆਤਮਿਕ ਸੁਖ ਮਿਲੂਗਾ। ਵਾਹਿਗੁਰੂ ਦੀ ਦਰਗਾਹ ਵਿੱਚ ਵੀ ਜੈ ਜੈਕਾਰ ਡਾਕੇ ਵੱਜਣਗੇ। ਜਦੋਂ ਇਸ ਦੁਨੀਆ ਤੋਂ ਜਾਵਾਂਗੇ ਨਾ, ਭਗਤੀ ਬੰਦਗੀ ਆ ਸਿਮਰਨ ਦਾ ਜਿਹੜਾ ਟਾਈਮ ਹੈ, ਇਹ ਨੋਟ ਹੋ ਰਿਹਾ ਸਾਰਾ ਕੁਝ। ਇਹ ਸਾਧ ਸੰਗਤ ਜੀ ਸੰਗਤ ਕੀਤੀ, ਨਾਮ ਜਪਿਆ, ਆਜ਼ਾਦ ਜੀਵਨ ਹੋ ਜਾਏਗਾ, ਸੁੱਚੀ ਆਤਮਾ ਹੋਏਗੀ। ਉੱਥੇ ਵੀ ਜੈ ਜੈਕਾਰ ਹੋਊ, ਭਗਤੀ ਕਰਦਾ ਸੀ। ਜੇ ਨਿੰਦਿਆ ਵਿੱਚ ਵਕੀਲੀ, ਈਰਖਾ, ਸੰਸਾਰ ਦੀ ਨਸ਼ੇ ਪੱਤੇ ਐਬ ਖੈਬ ਕੀਤੇ, ਤੇ ਇੱਥੇ ਵੀ ਜੀਵਨ ਬਰਬਾਦ ਹੈ, ਤੇ ਗਾਹਾਂ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਫਟਕਾਰਾਂ ਪੈਣਗੀਆਂ। ਜਿਹੜਾ ਪਰਮਾਤਮਾ ਦਾ ਨਾਮ ਨਹੀਂ ਜਪਦਾ ਨਾ,
ਇਹ ਸਾਧ ਸੰਗਤ ਜੀ ਉਹਨੂੰ ਕੀ ਕਹਿ ਦਿੱਤਾ? ਬਿਸ਼ਟਾ ਦਾ ਕੀੜਾ। ਬਿਸ਼ਟਾ ਦਾ ਕੀੜਾ। ਬਿਸ਼ਟਾ ਕੇ ਕੀੜੇ। ਬਿਸ਼ਟਾ ਦਾ ਕਿਹਾ ਕੀੜਾ, ਕੋਈ ਇਹ ਨਹੀਂ ਕਿਹਾ ਵੀ ਅਮਰੂਦ ਚ ਕੀੜੇ ਤਾਂ ਅਮਰੂਦ ਚ ਵੀ ਪੈ ਜਾਂਦੇ ਨੇ, ਕੀੜੇ ਸੇਬਾਂ ਚ ਵੀ ਪੈ ਜਾਂਦੇ ਨੇ, ਕੀੜੇ ਸਬਜ਼ੀਆਂ ਚ ਵੀ ਪੈ ਜਾਂਦੇ ਨੇ, ਪਰ ਬਿਸ਼ਟਾ ਦਾ ਗੰਦਗੀ ਦਾ ਕੀੜਾ ਕਿਹਾ ਜਿਹੜਾ ਪ੍ਰਮਾਤਮਾ ਦਾ ਭਜਨ ਨਹੀਂ ਕਰਦਾ, ਜਿਹੜਾ ਵਿਸ਼ੇ ਵਿਕਾਰਾਂ ਵਿੱਚ ਰਹਿੰਦਾ। ਕੀੜਾ ਵੀ ਗੰਦਗੀ ਦਾ। ਤੇ ਸਾਧ ਸੰਗਤ ਜੀ ਇਸ ਕਰਕੇ ਅਕਾਲ ਪੁਰਖ ਦੀ ਬੰਦਗੀ ਕਰੋ, ਪ੍ਰਮਾਤਮਾ ਦਾ ਭਜਨ ਕਰੋ। ਸਾਨੂੰ ਇਹੋ ਗੁਰੂ ਸਾਹਿਬਾਨ ਨੇ ਸਿਖਾਇਆ, ਸੱਚਾ ਜੀਵਨ ਸੇਵਾ ਵਾਲਾ ਜੀਵਨ ਹੋਵੇ, ਸੱਚਾ ਸੁੱਚਾ ਰੱਖੋ। ਦਿੰਦਾ ਸਭ ਦਾਤਾਂ ਪਰਮੇਸ਼ਰ ਹੈ, ਰੰਗ ਲਾ ਦਿੰਦੇ ਕਿਸੇ ਕੋਈ। ਅੱਜ ਦੁਨੀਆ ਦੇ ਆਪਾਂ ਵਿੱਚ ਦੇਖੀਏ ਨਾ, ਭਗਤ ਰਵਿਦਾਸ ਮਹਾਰਾਜ ਦੀ ਬਾੜੀ ਵਿੱਚ ਹਰ ਇੱਕ ਅਹੁਦੇ ਤੇ ਬੰਦਾ ਬੈਠਾ ਹੈ, ਚਾਹੇ ਉਹ ਕਿੱਡਾ ਵੀ ਅਹੁਦਾ ਹੈ, ਸ੍ਰੇਸ਼ਟ ਤੋਂ ਸ੍ਰੇਸ਼ਟ ਅਹੁਦੇ ਤੇ ਬੈਠਾ ਹੈ। ਹੁਣ ਆਪਾਂ ਨਹੀਂ ਕਹਿ ਸਕਦੇ ਇਹ ਗੱਲ ਵੀ ਅਸੀਂ ਕੋਈ ਨੀਵੇਂ ਰਹਿ ਗਏ, ਨਹੀਂ। ਹਰੇਕ ਅਹੁਦੇ ਤੇ ਵੱਡੇ ਵੱਡੇ ਜਗੀਰਦਾਰ, ਵੱਡੇ ਵੱਡੇ ਬਿਜ਼ਨਸਮੈਨ ਭਗਤ ਰਵਿਦਾਸ ਦੀ ਬਾਣੀ ਚ ਨੇ, ਵੱਡੇ ਵੱਡੇ ਅਹੁਦੇਦਾਰ, ਕਮਿਸ਼ਨਰ, ਉਹ ਵੀ ਭਗਤ ਰਵਿਦਾਸ ਦੀ ਬਾਣੀ ਵਿੱਚ ਨੇ। ਹੁਣ ਤਾਂ ਰੰਗ ਲੱਗੇ ਨੇ ਮਹਾਰਾਜ ਨੇ, ਕੋਈ ਲੁਕੋ ਕੇ ਨਹੀਂ ਰੱਖਿਆ ਕੋਈ। ਹੁਣ ਤੁਸੀਂ ਮਿਹਨਤ ਕਰੋਗੇ, ਪੜਾਓਗੇ, ਬੱਚੇ ਵਿਦਿਆ ਪ੍ਰਾਪਤ ਕਰਨਗੇ, ਕਿਸੇ ਅਹੁਦਿਆਂ ਤੇ ਜਾਣਗੇ। ਕਮਾਈਆਂ ਦੀ ਗੱਲ ਹੈ, ਸਾਰੀ ਕਮਾਈਆਂ ਦੀ ਗੱਲ ਹੈ। ਕੋਈ ਵਿਦਿਆ ਦਾ ਧਨ ਇਕੱਠਾ ਕਰ ਲੈਂਦਾ, ਉਹਨੂੰ ਵਿਦਿਆ ਕੰਮ ਦਿੰਦੀ। ਸੋ ਰੋ ਵਿਚਾਰ, ਕੋਈ ਭਜਨ ਬੰਦਗੀ ਦਾ ਧਨ ਇਕੱਠਾ ਕਰ ਲੈਂਦਾ, ਉਹ ਪਰਮਾਤਮਾ ਦੀ ਦਰਗਾਹ ਵਿੱਚ ਚੱਲਦਾ, ਉਹਦੇ ਸਦੇ ਡਾਕੇ ਵੱਜਦੇ। ਇਸ ਯੁਗ ਵਿੱਚ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ, ਮਾਇਆ ਕੀ ਸੋਭਾ ਚਾਰ ਦਿਹਾੜੇ ਨੰਦੀ ਹੋਏ। ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਭਾਵੇਂ ਪੰਡਤ ਵਿਦਵਾਨ ਹੋਵੇ, ਸੂਰਮਾ ਹੋਵੇ, ਛਤਰਪਤੀ ਰਾਜਾ ਹੋਵੇ, ਪਰ ਜਿਹੜਾ ਭਗਤੀ ਕਰਦਾ ਨਾ ਪਰਮਾਤਮਾ ਦੀ, ਭਗਤ ਰਵਿਦਾਸ ਜੀ ਕਹਿੰਦੇ ਉਹਦੇ ਬਰਾਬਰ ਕੋਈ ਨਹੀਂ ਹੈ। ਕੋਈ ਵੀ ਭਗਤ ਦੇ ਬਰਾਬਰ ਕੋਈ ਨਹੀਂ ਹੈ। ਕਿੱਡਾ ਹੀ ਕੋਈ ਛਤਰਪਤੀ ਰਾਜਾ ਹੈ, ਕਿੱਡਾ ਕੋਈ ਵਿਦਵਾਨ ਹੈ, ਕਿੱਡਾ ਹੀ ਕੋਈ ਸੂਰਮਾ ਹੈ। ਜਿਹੜੀ ਰੱਬ ਦੀ ਭਗਤੀ ਹੈ ਸਭ ਤੋਂ ਸ੍ਰੇਸ਼ਟ ਹੈ। ਪ੍ਰੇਮ ਭਗਤ ਕੇ ਕਾਰਨ ਹੈ ਕਹਿ ਰਵਿਦਾਸ, ਉਹ ਪ੍ਰੇਮ ਭਗਤੀ ਦਾ ਕਾਰਨ, ਪ੍ਰੇਮ ਭਗਤੀ ਦਾ ਹੀ ਵਰਣਨ ਕੀਤਾ। ਪ੍ਰੇਮ ਭਗਤੀ ਦਾ ਵਾਸਤਾ ਦਿੱਤਾ ਹੈ ਪਰਮਾਤਮਾ ਨੂੰ। ਮੇਰੀ ਜਾਤ ਕਮੀਨੀ ਪਾਤ ਕਮੀਨੀ ਹੋਛਾ ਜਨਮ ਹਮਾਰਾ, ਤੁਮ ਸ਼ਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ। ਮੈਂ ਤਾਂ ਚਮਾਰ ਹਾਂ। ਸਾਧ ਸੰਗਤ ਜੀ, ਜਿਹੜਾ ਚਮੜੇ ਦੇ ਪਿੱਛੇ ਲੱਗਿਆ ਹੋਇਆ, ਮਾਫ ਕਰਨਾ, ਇੱਕ ਤਾਂ ਜਾਤੀ ਨਾ ਚਮਾਰ ਨਹੀਂ, ਜਿਹੜਾ ਚਮੜੇ ਦੇ ਪਿੱਛੇ ਲੱਗਿਆ, ਸਰੀਰ ਦੇ ਪਿੱਛੇ, ਸਰੀਰ ਦੇ ਇੰਦਰੀਆਂ ਪਿੱਛੇ, ਸਰੀਰ ਦੇ ਰਸਾਂ ਪਿੱਛੇ, ਸਰੀਰ ਦੀ ਵਾਸ਼ਨਾ ਪਿੱਛੇ, ਸਰੀਰ ਦੀ ਸਪਰਸ਼ਤਾ ਪਿੱਛੇ, ਅਸਲ ਚਮਾਰ ਉਹ ਹੈ। ਭਗਤ ਜੀ ਤਾਂ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਸੀ। ਉਹ ਤਾਂ ਜਿਵੇਂ ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਮੈਲੇ ਕੱਪੜੇ ਵਿੱਚ ਨਾ ਅਮੁੱਲਾ ਲਾਲ ਲਪੇਟਿਆ ਹੋਵੇ, ਇਹੋ ਜਿਹਾ ਜੀਵਨ ਸੀ ਉਹਨਾਂ ਦਾ। ਭਗਤ ਕਰ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ। ਉਹ ਭਗਤੀ ਦੀਆਂ ਗੱਲਾਂ ਹੋਈਆਂ ਉਹਨਾਂ ਦੇ ਚਾਰੇ ਚੱਕਾਂ ਵਿੱਚ, ਉਹਨਾਂ ਦੀ ਸੋਭਾ ਹੋਈ, ਜੈ ਜੈਕਾਰ ਹੋਈ। ਕਿਹਨਾਂ ਦੀ ਹੁੰਦੀ ਹੈ? ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ। ਹੋ ਰਹੀ ਹੈ ਜੀ ਤੇਰੀ ਜੈ ਜੈ, ਸੋਈ ਜੈ ਜੈਕਾਰ ਕਰੇ ਸਭ ਹੋਈ। ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ। ਹਉ ਕੁਰਬਾਨ ਜਾਈ ਤੇਰੇ ਨਾਵੇ, ਜਿਸ ਨੂੰ ਬਖਸ਼ ਦਏ ਮੇਰੇ ਪਿਆਰੇ, ਸੋ ਜਸ ਤੇਰਾ। ਪਰਮਾਤਮਾ ਦਾ ਜਸ ਕੌਣ ਕਰਦਾ? ਜਿੱਥੇ ਵਾਹਿਗੁਰੂ ਕਿਰਪਾ ਕਰੇ। ਸੋ ਰੋ ਵਿਚਾਰ ਉਹਨਾਂ ਦੀ ਫਰਕ ਹੋਈ ਜੀਵਨ ਵਿੱਚ। ਕਹਿੰਦੇ ਸੱਚਾ ਭਗਤ ਨਹੀਂ, ਉਹ ਕਿਰਤ ਨੂੰ ਹੀ ਕਰਤਾ, ਕਿਰਤ ਵਿੱਚੋਂ ਲੱਭਿਆ। ਜਿਵੇਂ ਬਾਬਾ ਜੀ ਨੇ ਕਿਹਾ ਸੀ ਨਾ, ਕਿਰਤ ਵਿੱਚੋਂ ਕਰਤਾ, ਕੰਮ ਨਹੀਂ ਛੱਡਿਆ ਆਪਣਾ, ਕਰਮ ਉਵੇਂ ਕਰਦੇ ਰਹੇ।
पर किरत विचों ही रविदास जी ने जोड़े गंढदे ने परमात्मा पाया। कबीर ने ताना बुणदे रब नूं प्राप्त किया। नामदेव छिंपा अपना कर्म करदा, वो कहते ठेके लाउंदा हुंदा, जिवें आपां छापे कह दिंदे ना, छापे कहने कपड़ियां दे, वो कपड़े का काम करते सी, उन्होंने परमात्मा नूं प्राप्त किया। सैन ने नाईपणे का सेवा करते राजे दी परमात्मा नूं प्राप्त किया। धन्ने जट ने अपना किरत करते अपने डंगर माल चारदे रब नूं प्राप्त किया। कोई बेलियां नाल रब दा वास्ता नहीं है भी कोई बेला रह के रब दा नाम जपया जांदा है। तुसीं किरती लोग हो। देखिए साध संगत जी, क्योंकि जिन्ना मकाम तुसीं खड़ा कीता है किरत दे आसरे कीता है। आपां देखदे हां कोई बेचारे इस बाड़ी कोले कोई बहुती पैली नहीं हुंदी, जमीन नहीं हुंदी, पर जिन्ना कुछ कीता तुसीं किरत चों कीता है, सच्ची किरत कीती। सच्ची किरत करो, सुकिरत कीजै नाम लीजै नरक मूल ना जाइए। सब कुछ पैदा हो जो, परमात्मा आपे बरकतां पाउंदा। जेड़े भी तुसीं मेहनत परवार करदे हो, देख लो तुसीं सच्चे मनों मेहनत करदे हो, कोई घाट नहीं छड्डदा, कोई घाट नहीं छड्डदा। ये तो जीवन है, तो फिर इन्हां जिहड़ी वासना है बंदे दी मन दी तृष्णा, ये किसी नहीं बुझदी। भावें अरबां खरबां दे मालक हो जाइए, तृष्णा फिर भी नहीं बुझदी। जिहदे पल्ले संतोख है ना, उहदे पल्ले सब कुछ है। बिन संतोख नहीं को राजै, सुपन मनोरथ बिरथे। वो जुत्ते गंढदे रहो, भगत रविदास जी तो सिखो संतोख की हुंदा। कोई दमड़ी लई, कोई लालच कीता, जो कोई दे गया, नहीं दे गया। छपरी पाती छन राह ते, पाना गंढे राह विच, पुल्लां धर्म टोए ढोर समेटा। पाना जुत्ते गंढदा सी रस्ते विच, छन छपरी पाती। किन्ना सबर दा जीवन। जिवें बाबा जी दस्सिया नहीं, पारस दे गया रब परमात्मा। एक साध संगत जी पंडित दा रूप कह दिए, आके परमेश्वर ने पारस दे दिता। लै रविदास आ पारस है। कहता महाराज की करदा है? 8 धातां नूं स्पर्श कर, पारस सोना बना देगा। कहता महाराज मेरे ते लोड़ नहीं इन्नी धन दी। कोई कह दूगा भी मैनू धन की लोड़ नहीं। रविदास तवंता ढोर नी तिन त्यागी माया। माया मेरा मन विगाड़ देगी महाराज, मैनू लोड़ नहीं इन्नी माया दी। हराम दी तो मैनू जमी लोड़ नहीं। जदों मैं इस माया वास्ते कुछ कीता नहीं, मैनू की मेरी तो किरत मिल जे, मैनू मेरी तो किरत का पैसा मैनू मिल जे, वही बहुत है। वो टकड़िया दमिया दमड़ियां टकियां विच ही मेरा जीवन बतीत हो रहा। बहुत शुक्र है परमात्मा का, सब कुछ दे रखे। एडा संतोखी जीवन। ये संतोख तो बिना रजदा नहीं मन किते। जे भालदे आ भी बहुत ही माया हो जू, पता नहीं सुखी हो जाओगे। एक गलत फहमी अपने विच, अपने मन विच एक आपां गलत फहमी पाल रखी है भी जे बहुत माया होगी आपां सुखी हो जाओगे। गुरबाणी विच सतगुरु कहंदे ना, फिर सुख नहीं बहुते धन खाटे, सुख नहीं पेखे नरद नाटे, सुख नहीं बहु देश घुमाए, सर्ब सुख हर हर गुण गाए। सारे सुख कितने ने? परमात्मा के गुण गाया कर, सुखी हो जाए। जे बड़े बड़े राजन और घूमन तिन की तृष्णा बुझी। मैं इतिहास चो भी बहुत सुना सकते हैं साध संगत जी। 4 धारणा होर पढ़ के अपन समा अपना समाप्त कर सकते हैं, पर तुसी सुनोते हो, सुनने वाले हो, प्यार ना बैठे हो, को गुरबाणी दी गल्लां सुने हो। ये समा तो अपना होएगा, अपन समाप्ति कर सकते हैं। पर जिथे प्रेम वास्ते हर रोज ये संगत नहीं मिलती, हर रोज ये समा नहीं मिलना। जिवें बाबा जी ने कहा सौना हर रोज है अपन ने। साध संगत बड़े बड़े राजन और घूमन तिन की तृष्णा बूझी। आप तो कादे विचारे हाँ, बड़े बड़े राजियां महाराजियां की भी तृष्णा नहीं बुझी। इन्ना कुछ होंदे हुए लपट रहे माया रस माते, लोचन कछु न सुनती। विख्या में किने गत पाई। दसो विख्या विच जहर खा के, जहर पचा के कोई साध सुखी हो सकता? कोई ये मन की दशा है। तुसी मन विच हुण मैं जहर खाता, असर कीते हो मेरे ते। मैं किसी नाल ईर्खा करदा, फर्ज करो मैं किसी नाल ईर्खा कर रहा, जिहदे नाल कर रहा ਉਹਦਾ कुछ नहीं बिगड़ रहा। मन मेरा सड़ रहा है, मेरा सड़ रहा। जहर मैं खाता ईर्खा दा ते ਉਹ ਮੈਨੂੰ ਚੱਲਣਾ ਪਊ।
ਕੁਕਰਮ ਮੈਂ ਕਰ ਰਿਹਾ, ਕੁਕਰਮ ਮੈਂ ਕਰ ਰਿਹਾ, ਉਹ ਕੁਕਰਮ ਮੈਨੂੰ ਦੇਣਾ ਪਊਗਾ। ਮਨ ਕਰਕੇ ਸ਼ੁੱਧ ਹੋ, ਸਤਿਗੁਰੂ ਕਿਰਪਾ ਕਰਨਗੇ। ਰਹੋ ਵਿਚਾਰ ਲਿਆਈਏ ਆਪਾਂ ਉੱਥੇ ਬਿਰਤੀਆਂ। ਉਹ ਰਸਤੇ 'ਚ ਜੁੱਤੇ ਗੰਢਦੇ ਸਨ। ਤੇ ਇੰਨਾ ਸੰਤੋਖੀ ਜੀਵਨ। ਰਵਿਦਾਸ ਢਵੰਤਾ ਢੋਰਨੀ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਉਹ ਸਾਧ ਸੰਗਤ ਵਿੱਚ ਪ੍ਰਗਟ ਹੋਇਆ, ਪਰਮਾਤਮਾ ਦਾ ਦਰਸ਼ਨ ਪ੍ਰਾਪਤ ਕੀਤਾ, ਵਾਹਿਗੁਰੂ ਦਾ ਰੂਪ ਹੋ ਗਿਆ ਆਪ। ਜੇ ਆਪਾਂ ਉਹਨੂੰ ਰੱਬ ਦਾ ਰੂਪ ਰੱਬ ਕਹਿ ਸਕੀਏ, ਉਹ ਵੀ ਕੋਈ ਅਤਕਥ ਨਹੀਂ। ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਵਰਗੇ ਹੋ ਜਾਂਦੇ। ਜਿਹੜੇ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ, ਜਿਹਦੀ ਬੰਦਗੀ ਕਰਦੇ ਉਹਦਾ ਰੂਪ ਬਣ ਜਾਂਦੇ ਨੇ। ਰਹੋ ਵਿਚਾਰ ਬਾਣਾ ਗੰਢੇ ਰਾਹ ਵਿੱਚ, ਕੁੱਲਾ ਧਰਮ ਟੋਏ ਢੋਰ ਸਮੇਟਾ। ਜਿਉ ਕਰ ਮੈਨੇ ਕੀਤਨੇ ਹੀਰਾ ਲਾਲ ਅਮੋਲ ਪਲੇਟਾ। ਚੌ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸੇਵਤਾ। ਚਾਰੇ ਵਰਨਾਂ ਨੂੰ ਉਪਦੇਸ਼ ਦਿੱਤਾ ਭਗਤ ਜੀ ਨੇ। ਇਹ ਨਹੀਂ ਹੈਗਾ ਵੀ ਤੁਹਾਡੀ ਬਾਣੀ ਨੂੰ ਕੋਈ ਦਿੱਤਾ ਹੈ। ਆਹ ਗੁਰਬਾਣੀ ਵਿੱਚੋਂ ਚਾਰੇ ਵਰਨ ਸੇਧ ਲੈ ਰਹੇ ਨੇ ਦੁਨੀਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅਮਰੀਕਾ ਦੀ ਇੱਕ ਯੂਨੀਵਰਸਿਟੀ ਹੈ, ਸਭ ਤੋਂ ਸ੍ਰੇਸ਼ਟ ਜਿੱਥੇ ਜਗ੍ਹਾ ਹੈ ਨਾ, ਸਭ ਤੋਂ ਸ੍ਰੇਸ਼ਟ ਜਿੱਥੋਂ ਗਿਆਨ ਪੈਦਾ ਹੁੰਦਾ ਹੈ, ਸਭ ਤੋਂ ਸ੍ਰੇਸ਼ਟ ਤੌਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਖੇ ਹੋਏ ਨੇ। ਵੱਡੇ ਵੱਡੇ ਸਾਇੰਸਦਾਨ, ਵੱਡੇ ਵੱਡੇ ਖੋਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਆਸਰਾ ਲੈਂਦੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੋ ਅਟਲ ਹੈ ਇਹ ਗੁਰਬਾਣੀ, ਸਾਧ ਸੰਗਤ ਜੀ ਅਟਲ ਹੈ, ਸਚਾਈ ਹੈ। ਇਸ ਕਰਕੇ ਰਹੋ ਵਿਚਾਰ। ਉਹਨਾਂ ਦੀ ਸੋਭਾ ਪਈ, ਪਰਖ ਦਾ ਸਮਾਂ ਆਇਆ। ਹੰਕਾਰੀਆਂ ਨੇ, ਸਮੇਂ ਦੇ ਹਾਕਮਾਂ ਨੇ ਕਹਿ ਲਈਏ, ਸਮੇਂ ਦੇ ਉੱਚੀ ਜਾਤਾਂ ਵਾਲੇ ਕਹਿ ਲਈਏ, ਸ਼ੂਦਰ ਸ਼ੂਦਰ ਕਹਿ ਕੇ ਬੁਲਾਉਂਦੇ ਵੀ ਇਹ ਭਗਤੀ ਨਹੀਂ ਕਰ ਸਕਦਾ। ਤੇ ਫਿਰ ਉਹ ਪ੍ਰੇਮਾ ਭਗਤੀ ਦੀ ਪਰਖ ਹੋਈ ਤੇ ਕਹਿਦਾ ਵੀ ਇਹ ਸੱਚਾ ਭਗਤ ਕਿਵੇਂ ਹੋ ਸਕਦਾ ਹੈ। ਬਹੁਤ ਰਾਜੇ ਦੇ ਤੋਹਮਤਾਂ ਲਾਈਆਂ, ਸਮੇਂ ਦੀਆਂ ਹਕੂਮਤਾਂ ਨੇ ਦੇਖਿਆ, ਸੁਲਤਾਨ ਨੇ ਵੀ ਕਹਿ ਦਿੱਤਾ, ਨਦੀ ਤੇ ਬੁਲਾਇਆ ਵੀ ਇਹਨਾਂ ਦਾ ਜਿਹੜਾ ਸੱਚਾ ਗੁਰੂ, ਜੇ ਇਹਦੀ ਭਗਤੀ ਸੱਚੀ ਹੈ ਤਾਂ ਇਹਦਾ ਭਗਵਾਨ ਨਦੀ ਤੇ ਤਰ ਕੇ ਆਵੇਗਾ। ਜੇ ਸਾਡੀ ਭਗਤੀ ਸੱਚੀ ਹੈ ਤੇ ਸਾਡੇ ਜਿਹੜੇ ਘੋੜੇ ਨੇ ਠਾਕਰ ਬਣਾਏ ਹੋਏ ਨੇ ਉਹ ਤਰ ਕੇ ਆਉਣਗੇ। ਕਿੱਡੀ ਪਰਖ ਹੋਈ। ਫਿਰ ਸਾਧ ਸੰਗਤ ਜੀ, ਜਿਸ ਪੱਥਰ ਦੇ ਭਗਤ ਜੀ ਕਿਰਤ ਕਰਦੇ, ਆਪਣਾ ਕਿਰਤ ਨੂੰ ਕਰਤਾ ਬਣਾਇਆ, ਕਿਰਤ ਨੂੰ ਉਹੀ ਲੈ ਗਏ ਚੱਕ ਕੇ। ਕਿਉਂਕਿ ਮੈਂ ਤਾਂ ਪ੍ਰੇਮ ਕਰਦਾ ਪਰਮੇਸ਼ਰ ਨਾਲ। ਤੇ ਸਾਧ ਸੰਗਤ ਜੀ, ਘੋੜੇ ਡੁੱਬੇ ਹੰਕਾਰੀਆਂ ਦੇ, ਪੱਥਰੀਆਂ ਤਰਦੀ ਜਾਂਦੀ ਹੈ ਪਾਣੀ ਵਿੱਚ, ਪੱਥਰ ਤਰਦਾ ਜਾਂਦਾ ਪਾਣੀ ਵਿੱਚ। ਪੱਥਰ ਪਾਣੀ ਵਿੱਚ ਡੁੱਬਦਾ ਹੈ, ਪੱਥਰ ਦਾ ਸੁਭਾਅ ਹੈ, ਪਰ ਪੱਥਰ ਪਾਣੀ ਵਿੱਚ ਤਰਦਾ ਜਾਂਦਾ ਹੈ। ਭਗਤੀ ਬੰਦਗੀ ਦੀ ਕਮਾਈ ਦੀ ਖੇਡ ਹੈ ਸਾਰੀ। ਇਹ ਪਰਮਾਤਮਾ ਨਾਲ ਜੁੜੇ ਹੋਏ ਦੀਆਂ ਗੱਲਾਂ ਨੇ। ਪੱਥਰ ਤਰਨਾ। ਤੇ ਜਦੋਂ ਗੰਗਾ ਤੇ ਗਏ, ਇਹ ਭਾਈ ਗੁਰਦਾਸ ਜੀ ਕਹਿੰਦੇ ਨੇ, ਕਈ ਇਤਿਹਾਸਕਾਰ ਕਹਿੰਦੇ ਨੇ ਵੀ ਪੰਡਤ ਨੂੰ ਦਮੜਾ ਜਾਂ ਫੜਾ ਦਿੱਤਾ ਉਹਨਾਂ ਨੇ ਦਮੜੀ, ਕੋਈ ਆਪਣੀ ਕਿਰਤ ਦੀ। ਪਰ ਭਾਈ ਗੁਰਦਾਸ ਜੀ ਕਹਿੰਦੇ, ਨਾ ਬਣਾਇਆ ਸੰਗ ਮਿਲ ਬਨਾਰਸ ਕਰ ਗੰਗਾ ਠੇਠਾ। ਭਗਤ ਜੀ ਕਹਿੰਦੇ ਆਪ ਆਏ। ਭਾਈ ਗੁਰਦਾਸ ਜੀ ਨੇ ਗੁਰੂ ਘਰ ਦੇ ਵੇਦ ਵਿਆਸ, ਉਹ ਕਹਿੰਦੇ ਭਗਤ ਰਵਿਦਾਸ ਮਹਾਰਾਜ ਆਪ ਆਏ ਸੰਗਤ ਵਿੱਚ। ਤੇ ਸਾਧ ਸੰਗਤ ਜੀ, ਗੰਗਾ ਦੇ ਪੁਰਬ ਲੱਗਿਆ ਸੀ, ਜਿਵੇਂ ਆਪਾਂ ਕੁੰਭ ਕਹਿ ਦਿੰਦੇ ਆ, ਬਹੁਤ ਵੱਡਾ ਕੱਟ ਸੀ ਗੰਗਾ ਤੇ। ਇਸ਼ਨਾਨ ਕਰਨ ਦੁਨੀਆ ਜਾਂਦੀ ਹੈ ਗੰਗਾ ਤੇ। ਇਸ਼ਨਾਨ ਕਿਉਂ ਕਰਨ ਜਾਂਦੇ ਆਪਾਂ ਤੀਰਥਾਂ ਤੇ ਇਸ਼ਨਾਨ ਵੀ? ਕਿਉਂਕਿ ਸਾਡੇ ਪਾਪਾਂ ਦੀ ਜਿਹੜੀ ਮੈਲ ਉਤਰ ਜੇ। ਆਪਾਂ ਇਸ਼ਨਾਨ ਕਿਉਂ ਜਾਂਦੇ ਤੀਰਥਾਂ ਤੇ? ਤੀਰਥ ਤੇ ਜਾਂਦੇ ਆਪਾਂ ਆਪਣੇ ਮਨ ਦੀਆਂ ਤੇ ਤਨ ਦੀਆਂ ਮੈਲਾਂ ਲਾਉਣ ਵਾਸਤੇ, ਵੀ ਅਸੀਂ ਪਵਿੱਤਰ ਹੋ ਜਾਈਏ। ਸਾਡੇ ਪਾਪਾਂ ਤੋਂ, ਸਾਡਾ ਪਾਪ ਦਾ ਜਿਹੜਾ ਕੀਤੇ ਹੋਏ ਪਾਪ ਨੇ ਸਾਡੇ ਲੈ ਜਾਣ ਸਾਰੇ। ਤੇ ਭਗਤ ਰਵਿਦਾਸ ਮਹਾਰਾਜ ਜੀ ਚੱਲ ਕੇ ਗਏ ਗੰਗਾ ਤੇ। ਉਹਨਾਂ ਨੂੰ ਗੰਗਾ ਦੀ ਲੋੜ ਨਹੀਂ ਸੀ। ਜਿੱਥੇ ਰੱਬ ਦੇ ਪਿਆਰੇ ਆਉਂਦੇ ਆ, ਤੀਰਥ ਉਹਨਾਂ ਨਾਲ ਬਣਦੇ ਆ। ਪਾਣੀ ਨੂੰ ਪਵਿੱਤਰ ਤੀਰਥ ਨਹੀਂ ਮੰਨਿਆ ਜਾਂਦਾ। ਉਹ ਗੰਗਾ ਦੇ ਵਿੱਚ ਰੱਬ ਦੇ ਪਿਆਰੇ ਚਰਨ ਪਾਉਂਦੇ ਸੀ। ਭਗਤੀ ਕਰਨ ਵਾਲੇ ਇਸ਼ਨਾਨ ਕਰਿਆ ਕਰਦੇ ਗੰਗਾ 'ਚ, ਤਾਂ ਗੰਗਾ ਨੂੰ ਪਵਿੱਤਰ ਮੰਨਿਆ ਜਾਂਦਾ। ਸਾਧ ਸੰਗਤ ਜੀ, ਅਕਾਲ ਪੁਰਖ ਦੀ ਬੰਦਗੀ ਕਰਨ ਵਾਲੇ ਤੀਰਥ ਕਿਉਂ ਬਣਦੇ ਨੇ? ਜੇ ਕੋਈ ਗੁਰੂ ਪਾਤਸ਼ਾਹ, ਕੋਈ ਪਰਮਾਤਮਾ ਦਾ ਪਿਆਰਾ ਬੰਦਗੀ ਕੀਤੇ ਤਾਂ ਉੱਥੇ ਤੀਰਥ ਬਣਦੇ ਨਾ।
ਜਿੱਥੇ ਉਹਨਾਂ ਦੇ ਚਰਨ ਸਪਰਸ਼ ਹੁੰਦੇ ਨੇ, ਉਹ ਚਰਨ ਜਿੱਥੇ ਉਹਨਾਂ ਨੇ ਚਰਨ ਪਾਏ ਹੁੰਦੇ ਨੇ, ਉਹ ਧਰਤੀ ਤੇ ਤੀਰਥ ਬਣ ਜਾਂਦੇ। ਫਿਰ ਤੀਰਥਾਂ ਤੇ ਕਿਉਂ ਜਾਂਦੇ ਅਸੀਂ? ਇਹ ਗੁਰਬਾਣੀ ਵਿੱਚ ਸਤਿਗੁਰਾਂ ਦਾ ਬਚਨ ਪੜੋ। ਕਹਿੰਦੇ ਗੰਗਾ ਤੇ ਗਏ ਭਗਤ ਜੀ, ਤੇ ਸਾਧ ਸੰਗਤ ਜੀ ਗੰਗਾ ਦੀ ਲੋੜ ਭਗਤ ਨੂੰ ਨਹੀਂ ਸੀ, ਗੰਗਾ ਨੂੰ ਭਗਤ ਦੀ ਲੋੜ ਸੀ। ਤੀਰਥ ਕਿਉਂਕਿ ਗੰਗਾ ਜਮਨਾ ਸੁਰਤੀ ਉਦਮ ਕਰੇ, ਧੂੜ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਕਰਵਾਈ। ਗੁਰਬਾਣੀ ਵਿੱਚ ਸਤਿਗੁਰੂ ਵੀ ਬਚਨ ਕਰਦੇ ਨੇ, ਕਹਿੰਦੇ ਗੰਗਾ ਕਹਿੰਦੀ ਹੈ ਵੀ ਪਾਪਾਂ ਦੀਆਂ ਮੈਲਾਂ ਲਾ ਕੇ ਮੇਰੇ ਵਿੱਚ ਜਾਂਦੀ ਹੈ ਦੁਨੀਆ, ਪਰ ਜਦੋਂ ਮੇਰੇ ਵਿੱਚ ਕੋਈ ਰੱਬ ਦਾ ਪਿਆਰਾ ਚਰਨ ਪਾਉਂਦਾ ਹੈ, ਮੈਂ ਉਹਦੀ ਚਰਨ ਛੋਹ ਨੂੰ, ਉਹਦੀ ਧੂੜ ਨੂੰ ਲੋਚਦੀ ਆ ਵੀ ਮੇਰੇ ਪਾਪ ਵੀ ਉਹ ਕੱਟੇਗਾ। ਮੈਂ ਪਾਪਾਂ ਦੀ ਭਰੀ ਚਲਦੀ ਆ, ਇੱਥੇ ਪਾਪ ਲਾ ਲਾ ਦੁਨੀਆ ਜਾਂਦੀ ਹੈ। ਇਹ ਵਾਹਿਗੁਰੂ ਕੋਈ ਰੱਬ ਦਾ ਪਿਆਰਾ ਭੇਜ ਜਿਹੜਾ ਮੇਰੇ ਵਿੱਚ ਚਰਨ ਪਾ ਕੇ ਮੈਨੂੰ ਪਵਿੱਤਰ ਕਰੇਗਾ। ਜੇ ਕੇ ਆਖੋ ਸਤਿਨਾਮ। ਗੰਗਾ ਨੂੰ ਲੋੜ ਹੈ, ਉਹ ਵੀ ਲੋਚਦੀ ਹੈ। ਉਹ ਤੀਰਥ ਵੀ ਲੋਚਦੇ ਸਾਧੂਆਂ ਦੀ ਕੱਢ ਕਸੀਰਾ ਸੌਂਪਿਆ ਰਵਿਦਾਸੇ ਗੰਗਾ ਦੀ ਭੇਟਾ। ਕਹਿੰਦੇ ਆਪਣਾ ਕਸੀਰਾ ਕੱਢ ਕੇ, ਆਪਣੀ ਦਮੜੀ ਕੱਢ ਕੇ ਲੈ ਗੰਗਾ ਮਈਆ, ਕਿਰਤ ਦੀ ਦਮੜੀ ਹੈ। ਦੁਨੀਆ ਮਾਇਆ ਭੇਟ ਕਰ ਰਹੀ ਹੈ, ਸੋਨਾ ਚਾਂਦੀ ਵੀ ਭੇਟ ਕਰਦੀ ਹੈ ਦੁਨੀਆ ਗੰਗਾ ਵਿੱਚ। ਤੇ ਸਾਧ ਸੰਗਤ ਜੀ ਕਦੇ ਕੱਢ ਕੇ ਪੋਸਟਾਂ ਦੇਖਿਓ, ਆ ਤੁਹਾਡੇ ਮੋਬਾਈਲਾਂ 'ਚ ਹੀ ਪਈਆਂ। ਬੱਚੇ ਨਾ ਗੰਗਾ ਵਿੱਚੋਂ ਸੋਨਾ ਚਾਂਦੀ ਵੀ ਲੱਭਦੇ ਨੇ, ਮਾਇਆ ਕੱਢਦੇ ਨੇ ਪਾਣੀ ਵਿੱਚੋਂ। ਜੇ ਲੋਕ ਭੇਟਾ ਕਰ ਰਹੇ ਨੇ ਤਾਂ ਕੱਢ ਰਹੇ ਨਾ। ਇੱਕ ਵਾਰੀ ਜੀ ਮਹਾਂਪੁਰਖਾਂ ਨਾਲ ਗਏ, ਦੇਖਿਆ ਸਾਧ ਸੰਗਤ ਜੀ ਇੰਨੇ ਢਾਲੇ ਪਏ ਉਹ ਗੰਗਾ ਦੇ ਵਿੱਚ, ਇੰਨੀ ਮਾਇਆ ਲੋਕ ਸੁੱਟੀ ਜਾਣ ਉਹਦੇ ਵਿੱਚ। ਦੁਨੀਆ ਮਾਇਆ ਭੇਟ ਕਰ ਰਹੀ ਹੈ, ਸਭ ਨੂੰ ਰੇੜ ਕੇ ਲਿਜਾ ਰਹੀ ਹੈ ਗੰਗਾ। ਪਰ ਉਹਦੇ ਭਗਤ, ਰੱਬ ਦੇ ਭਗਤ ਦੀ, ਅਕਾਲ ਪੁਰਖ ਦੇ ਪਿਆਰੇ ਦੀ ਜਦੋਂ ਕਹਿ ਲੈ ਗੰਗਾ ਮਈਆ ਮੇਰੀ ਵੀ ਭੇਟਾ ਪ੍ਰਵਾਨ ਕਰ, ਤੇ ਸਾਧ ਸੰਗਤ ਜੀ ਲਿਆ ਕਸੀਰਾ ਹੱਥ ਕੱਢ, ਕੱਢ ਕਸੀਰਾ ਸੌਂਪਿਆ ਰਵਿਦਾਸੇ ਗੰਗਾ ਦੀ ਭੇਟਾ। ਲੱਗਾ ਪੁਰਬ ਪੀਚਦਾ ਡਿੱਠਾ ਚਲਤ ਅਚਰਜ ਅਮੇਟਾ। ਲਿਆ ਕਸੀਰਾ ਹੱਥ ਕੱਢ, ਸੂਤ ਇੱਕ ਜਿਉਂ ਤਾਣਾ ਪੇਟਾ। ਭਾਈ ਗੁਰਦਾਸ ਜੀ ਕਹਿੰਦੇ ਇਉਂ ਪਕੜਿਆ ਜਿਵੇਂ ਸੂਤ ਤੇ ਤਾਣਾ ਮਾਈਆਂ ਬੁਣਦੀਆਂ ਨਾ, ਜਿਹਨਾਂ ਨੂੰ ਪਤਾ ਹੁੰਦਾ ਤਾਣਾ ਪੇਟਾ ਕੀ ਹੁੰਦਾ। ਇਉਂ ਪਰਮਾਤਮਾ ਦੇ ਪਿਆਰੇ ਦੀ ਭੇਟਾ ਐ ਗੰਗਾ ਨੇ ਦੋ ਹੱਥ ਕੱਢ ਕੇ ਪ੍ਰਵਾਨ ਕੀਤੀ। ਗੱਜ ਕੇ ਆਖੋ ਸਤਿਨਾਮ। ਗੰਗਾ ਨੇ ਹੱਥ ਕੱਢ ਕੇ। ਫਿਰ ਭਗਤ ਜਨਾ ਹਰ ਮਾਂ ਪਿਓ ਬੇਟਾ, ਉਹ ਆਪੀ ਪਰਮਾਤਮਾ ਦਾ, ਰੱਬ ਦੇ ਪਿਆਰੇ ਪਰਮੇਸ਼ਰ ਦੇ ਬੱਚੇ ਹੁੰਦੇ ਨੇ, ਰੱਬ ਦੇ ਪਿਆਰੇ ਕਾਲ ਪੁਰਖ ਦੇ, ਉਹਨਾਂ ਦਾ ਪਰਮੇਸ਼ਰੀ ਮਾਂ ਪਿਓ ਹੁੰਦਾ ਹੈ। ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਂ। ਉਹਨਾਂ
ਉਹਨਾਂ ਦਾ ਇੱਕੋ ਹੀ ਟੇਕ ਹੁੰਦੀ ਹੈ ਰੱਬ ਤੇ। ਰਹੋ ਵਿਚਾਰ, ਕਿੰਨੀ ਸੋਭਾ ਹੋਈ ਸੰਸਾਰ ਵਿੱਚ। ਫਿਰ ਉਹਨਾਂ ਦੇ ਪਿਆਰ ਵਾਲੇ, ਜਿਵੇਂ ਬਾਬਾ ਜੀ ਨੇ ਦੱਸਿਆ ਵੀ ਮੀਰਾ ਬਾਈ ਭਗਤ ਰਵਿਦਾਸ ਦੇ ਗੁਣ ਗਾਉਂਦੀ ਹੈ, ਸੱਚੇ ਗੁਰੂ ਦੇ। ਸੱਚਾ ਗੁਰੂ ਸਮੇਂ ਦੇ ਜਿਹੜੇ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਸੀ, ਤੇ ਸਾਧ ਸੰਗਤ ਜੀ ਉਹ ਕਹਿੰਦੇ ਸੀ ਵੀ ਇੱਕ ਚਮਾਰ ਦੀ ਚੇਲੀ ਜਾਂ ਸੇਵਕਾ ਬਣ ਗਈ ਹੈ, ਪਰ ਸੱਚ ਹਮੇਸ਼ਾ ਸੱਚ ਹੁੰਦਾ ਹੈ। ਸਾਧ ਸੰਗਤ ਜੀ ਉਹਦਾ ਪ੍ਰੇਮ ਸੱਚਾ ਸੀ, ਉਹਦੀ ਜਿੱਤ ਹੋਈ। ਝਾਲਾਂ ਬਾਈ ਚਤੌੜ ਦੀ ਰਾਣੀ, ਰਾਣੀ ਝਾਲਾਂ, ਉਹ ਆਈ ਸੀ ਨਮਸਕਾਰ ਕਰਨ ਵਾਸਤੇ ਗੰਗਾ ਤੇ। ਚਤੌੜ ਦੀ ਰਾਣੀ ਉਹ ਸੁਣਦੀ ਸੀ ਰਵਿਦਾਸ ਭਗਤ ਦੀਆਂ ਕਥਾਵਾਂ, ਉਹਦੀ ਦਾਸੀ ਸੀ, ਕੋ ਦਾਦੀ ਸੀ। ਕਹਿੰਦੇ ਉੱਥੇ ਇੱਕ ਭਗਤ ਹੈ, ਸੱਚਾ ਭਗਤ ਹੈ ਪਰਮਾਤਮਾ ਦਾ। ਉਹਦੇ ਮਨ ਵਿੱਚ ਲਗਾਓ ਲੱਗ ਗਈ ਵੀ ਮੈਂ ਦਰਸ਼ਨ ਕਰਾਂ ਜਾ ਕੇ। ਉਹ ਸਾਧ ਸੰਗਤ ਜੀ ਗੰਗਾ ਤੇ ਆਉਂਦੇ ਸੀ ਆਪਣੇ ਪੂਰਵ ਜਨਾਂ ਦਾ, ਉਹਨਾਂ ਦੇ ਨਾਂ ਤੇ ਦਾਨ ਪੁੰਨ ਕਰਨ ਵਾਸਤੇ, ਸੇਵਾ ਦੇਣ ਵਾਸਤੇ ਕਹਿ ਲਈਏ, ਭੇਟਾ ਦੇਣ ਵਾਸਤੇ ਕਹਿ ਲਈਏ। ਉਹ ਰਾਣੀ ਚੱਲ ਕੇ ਆਈ ਚਤੌੜ ਗੜ੍ਹੋਂ, ਝਾਲਾਂ, ਤੇ ਇਤਿਹਾਸ ਨੇ ਉਹਦਾ ਨਾਂ ਝਾਲਾਂ ਬਾਈ ਦੱਸਿਆ, ਰਾਣੀ ਝਾਲਾਂ। ਤੇ ਸਾਧ ਸੰਗਤ ਜੀ ਜਦੋਂ ਆਈ ਨਾ, ਉਹਨੇ ਸੱਚੀ ਸਿਫਤ ਸੁਣੀ ਸੀ ਰਵਿਦਾਸ ਦੀ ਵੀ ਸੱਚਾ ਭਗਤ ਹੈ। ਉਹਨੇ ਦੇਖਿਆ ਵੀ ਕਿਉਂ ਨਾ ਮੈਂ ਇੱਥੇ ਇੰਨੇ ਪੰਡਤਾਂ ਨੂੰ ਦੇਵਾਂ ਆਪਣੀਆਂ ਭਟਾਵਾਂ, ਕਿਉਂ ਨਾ ਮੈਂ ਉਹ ਸੱਚੇ ਭਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ, ਆਪਾਂ ਨੂੰ ਪਤਾ ਹੀ ਲੱਗਦਾ ਵੀ ਆਪਣਾ ਦਾਨ ਪੁੰਨ ਕਿੱਥੇ ਲੱਗੂਗਾ। ਤੇ ਸਾਧ ਸੰਗਤ ਜੀ ਤੁਸੀਂ ਗੁਰੂ ਦੇ ਨਾਂ ਤੇ ਆਪਣੀਆਂ ਕਿਰਤ ਕਮਾਈਆਂ ਕੱਢਦੇ ਹੋ ਵਿੱਚੋਂ ਦਸਵੰਧ, ਤੁਹਾਨੂੰ ਪਤਾ ਵੀ ਇਹ ਸਫਲ ਹੋ ਜਾਣਾ, ਇਹ ਗੁਰੂ ਦੇ ਦਰ ਤੇ ਸਫਲ ਹੋਊਗਾ। ਤੇ ਸਾਧ ਸੰਗਤ ਜੀ ਉਹ ਪਤਾ ਸੀ ਉਹਨੂੰ ਵੀ ਆਪਾਂ ਕੁਝ, ਉਹਨੇ ਪੰਡਤਾਂ ਨੂੰ ਦਿੱਤੀਆਂ ਭਟਾਵਾਂ ਤੇ ਕੁਝ ਭਟਾਵਾਂ ਲੈ ਕੇ ਉਹਨੇ ਦੇਖਿਆ ਵੀ ਸੱਚਾ ਗੁਰੂ ਭਗਤ ਰਵਿਦਾਸ ਹੈ, ਉਹਦੇ ਚਰਨਾਂ ਵਿੱਚ ਜਾਵਾਂਗੇ। ਉਹਦੇ ਮਨ ਵਿੱਚ ਸਾਧ ਸੰਗਤ ਜੀ ਪ੍ਰੇਮ ਲੱਗ ਗਿਆ ਦਰਸ਼ਨ ਕਰਨ ਵਾਸਤੇ, ਅੰਦਰ ਤਾਂਘ ਪੈਦਾ ਹੋ ਗਈ ਦਰਸ਼ਨਾਂ ਦੀ। ਮੈਂ ਸੱਚੇ ਗੁਰੂ ਦੇ ਜਾ ਕੇ ਦਰਸ਼ਨ ਕਰਾਂ, ਮੈਂ ਮਹਾਰਾਜ ਜੀ ਦੇ ਜਾ ਕੇ ਦਰਸ਼ਨ ਕਰਾਂ। ਇਹ ਸਾਧ ਸੰਗਤ ਜਦੋਂ ਆਈ, ਉਹ ਦੇਖਦੇ ਭਗਤ ਰਵਿਦਾਸ ਜੀ ਇੱਕ ਮੰਦਿਰ ਵਿੱਚ ਬੈਠੇ ਨੇ, ਪਰਮਾਤਮਾ ਨਾਲ ਜੁੜੇ ਹੋਏ। ਉਹ ਸ਼ਬਦ ਪੜ੍ਹਨੇ ਪਿੱਛੇ ਖੜ ਗਈ, ਨਮਸਕਾਰ ਕਰਨ ਵੇਲੇ ਪਿੱਛੇ ਰੁਕ ਗਈ, ਖੜ ਗਈ। ਉਹਨੇ ਬਾਣੀ ਸੁਣੀ, ਕਿਉਂਕਿ ਜਦੋਂ ਕੋਈ ਵੀ ਰੱਬ ਦਾ ਪਿਆਰਾ ਜੁੜਿਆ ਹੋਵੇ ਨਾ, ਤੁਸੀਂ ਕਿਸੇ ਨੂੰ ਬੁਲਾਓ ਨਾ ਸਾਧ ਸੰਗਤ ਜੀ, ਕਿਸੇ ਸੰਤ ਮਹਾਂਪੁਰਖ ਕੋਲੇ ਜਾਈਏ, ਜਦੋਂ ਆਪਣੀ ਮੌਜ ਵਿੱਚ ਹੋਵੇ ਉਹਨੂੰ ਬੁਲਾਉਣਾ ਨਹੀਂ ਚਾਹੀਦਾ, ਉਹਨੂੰ ਛੇੜਨਾ ਨਹੀਂ ਚਾਹੀਦਾ। ਜੇ ਕੋਈ ਆਪਣੇ ਧਿਆਨ ਵਿੱਚ ਕੋਈ ਵੀ ਬੈਠਾ, ਕੋਈ ਗੁਰਮੁਖ ਬੈਠਾ ਹੈ, ਕੋਈ ਮਾਈ ਭਾਈ ਕੋਈ ਵੀ ਬੈਠੇ, ਉਹਨੂੰ ਬਹੁਤਾ ਛੇੜਨਾ ਨਹੀਂ ਚਾਹੀਦਾ। ਉਸ ਟਾਈਮ ਸੁਣੋ ਸਾਧ, ਉਹ ਜਦੋਂ ਜਾ ਕੇ ਰੁਕ ਗਈ, ਖੜ ਗਈ ਪਿੱਛੇ, ਉਹਨੇ ਬਾਣੀ ਸੁਣੀ। ਭਗਤ ਮਹਾਰਾਜ ਜੀ ਬਾਣੀ ਉਚਾਰ ਰਹੇ ਨੇ, ਕਿਹੜੀ? ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਦਾਰਾ, ਹਾੜ ਮਾਸ नाड़ी को पिंजर पंखी बसै प्राणी क्या तेरा क्या मेरा। जल की पीत, कहते जल की पीत, ये पंज तत्तां दा शरीर बनाया परमात्मा ने साडा। जदों शब्द की चोट लगू ना मन नूं, मन उदों सुधरूगा। ते साध संगत जी देखो राणी दा मन किवें गदगद होया। इस मन नूं ना जदों ठोकर पैंदी है, चोट का सब तो ज्यादा गहरी चोट आपां कहने ना, कहाड़ियां दे गंडासियां दे फट मिल जाया करदे ने, भिड़ जाया करदे, मिल जाया। जवान दे फट कदे मिलदे नहीं। जिहड़े आपां नूं शब्द बोले गए ने, वो शब्द अपने बार बार करना चाहिए, पर शब्द की चोट कित्थे लगदी है? कबीर सतगुर सूरमे बाह्या बाण जो एक लागती होए गिर पया भला करे जे खेत। अंदर घा कर जाता है गुरु दा वचन, अंदर हिरदे च सच जेड़ा हुंदा ना, जदों सच्ची बाणी सुनी राणी दे हिरदे च घा हो गया। वो कहंदे जल की पीत, पंज तत्तां दा शरीर बनाया परमात्मा ने। जल दी कंध, जिवें आपां एक आ बिल्डिंग बनाई है, कंधां बनाईए ना,
ਸਤਿਗੁਰੂ ਕਹਿੰਦੇ ਤੇਰੇ ਜੀਵਨ ਦੀ ਜਿਹੜੀ ਬਿਲਡਿੰਗ ਹੈ ਕਿਵੇਂ ਬਣੀ ਹੈ? ਜਲ ਕੀ ਭੀਤ, ਇੱਕ ਜਲ ਦੀ ਕੰਧ। ਪਰਮਾਤਮਾ ਨੇ ਪੰਜ ਤੱਤਾਂ ਦਾ ਸਰੀਰ। ਪਵਨ ਕਾ ਥੰਮਾ, ਜਿਵੇਂ ਆਪਾਂ ਥੰਮਲਾ ਲਾਇਆ, ਬਿਲਡਿੰਗ ਖੜੀ ਹੈ ਨਾ, ਥੰਮਲਾ ਲੱਗੇ ਨਾਲ ਖੜੀ ਹੈ। ਥੰਮ ਕਾਹਦਾ ਲਾਇਆ ਵਾਹਿਗੁਰੂ ਨੇ? ਪਵਨ ਦਾ, ਹਵਾ ਦਾ। ਰਕਤ ਬੂੰਦ ਕਾ ਗਾਰਾ ਕਾਹਦਾ ਲੈ ਕੇ? ਗਾਰੇ ਚ ਕੰਧਾਂ ਕੱਢਿਆ ਕਰਦੇ, ਹੁਣ ਤਾਂ ਆਪਾਂ ਮਸਾਲੇ ਚ ਕੱਢਦੇ ਨੇ। ਆ ਰਤ ਦੀਆਂ ਬੂੰਦਾਂ ਦਾ ਗਾਰਾ ਬਣਾਇਆ, ਤੇਰੇ ਵਿੱਚ ਰਤ ਦਿੱਤਾ, ਜਿਹੜਾ ਬਲੱਡ ਚੱਲ ਰਿਹਾ, ਖੂਨ ਚੱਲ ਰਿਹਾ ਹੈ। ਇਹ ਪਰਮਾਤਮਾ ਨੇ ਇਹ ਸਰੀਰ ਰੂਪੀ ਮਹਿਲ ਖੜਾ ਕਰਨ ਵਾਸਤੇ ਰਤ ਦਾ ਗਾਰਾ ਬਣਾਇਆ। ਹਾੜ ਮਾਸ ਨਾੜੀ ਕੋ ਪਿੰਜਰ, ਜਿਵੇਂ ਆਪਾਂ ਸਰੀਆ ਨਹੀਂ ਪਾਉਂਦੇ ਬਿਲਡਿੰਗ ਵਿੱਚ, ਕੋਈ ਲੀਹਾਂ ਕੜੀਆਂ ਜਾਂ ਕੋਈ ਸਰੀਆ ਪਾਉਨੇ ਆ, ਇਹ ਜਾਲ ਬਣਾਉਂਦੇ ਨਾ ਉੱਤੇ, ਫੇਰ ਹੀ ਮਸਾਲਾ ਨਾਲ ਢੱਕਿਆ ਪਿਆ, ਹੁਣ ਛੱਤ ਬਣ ਗਈ। ਇਸੇ ਤਰ੍ਹਾਂ ਹੱਡ ਮਾਸ ਨਾੜੀਆਂ ਦਾ ਪਿੰਜਰਾ ਬਣਾ ਕੇ ਪਰਮਾਤਮਾ ਨੇ ਉੱਤੋਂ ਮਾਸ ਦਾ ਲੇਪ ਦੇ ਦਿੱਤਾ, ਸਰੀਰ ਬਣਾ। ਆ ਸਾਧ ਸੰਗਤ ਜੀ, ਜੇ ਕਿਤੇ ਆ ਅੱਖਾਂ ਬਾਹਰ ਦੇਖਦੀਆਂ ਨੇ, ਸੱਚ ਕਰਕੇ ਜਾਣਿਓ, ਜੇ ਕਿਤੇ ਆਪਣੇ ਅੰਦਰ ਨੂੰ ਇਹ ਅੱਖਾਂ ਮੁੜ ਜਾਣ, ਤੁਸੀਂ ਦੇਖੋ ਅੰਦਰ ਕੀ ਹੈ। ਆ ਇੱਕ ਚਿਹਰਾ ਮੋਹਰਾ ਆਪਾਂ ਨੂੰ ਦਿੱਤਾ ਹੈ ਪਰਮਾਤਮਾ ਨੇ, ਜੇ ਅੰਤਰਮੁਖ ਹੋ ਕੇ ਦੇਖੀਏ ਕੀ ਇਹਦੇ ਵਿੱਚ? ਗਲਣ ਸੜਨ ਹੈ, ਕੁਛ ਨਹੀਂ ਹੈ। ਇੱਕ ਪਿੰਜਰਾ ਹੈ ਹੱਡੀਆਂ ਦਾ। ਜੇ ਕਿਤੇ ਬੋਡੀ ਜਿਹੜੀ ਮਿਊਜ਼ੀਅਮਾਂ 'ਚ ਲੱਗੀ ਹੁੰਦੀ ਹੈ ਨਾ, ਬੋਡੀ ਬੰਦੇ ਦੀ, ਉਹਦਾ ਜਿਹੜਾ ਪਿੰਜਰ ਹੁੰਦਾ ਹੈ, ਕਦੇ ਦੇਖਿਓ ਕਿਹਾ ਜਾਂਦਾ? ਆ ਡਾਕਟਰਾਂ ਦੇ ਲੱਗਿਆ ਹੁੰਦਾ, ਦੇਖਣ ਨੂੰ ਜੀ ਕਰਦਾ ਹੈ। ਆ ਜਿੱਥੇ ਅੱਖਾਂ ਨੇ ਆਲੇ ਹੀ ਹੁੰਦੇ ਨੇ ਮੋਗੇ, ਕਿਵੇਂ ਨਸ ਨਸ ਵਿੱਚ ਖੂਨ ਚੱਲਦਾ, ਪਰਮਾਤਮਾ ਨੇ ਕਿਵੇਂ ਚਲਾਇਆ। ਹੱਡ ਆਪਣੇ ਆਪ ਵਰਕ ਕਰਦਾ ਹੈ, ਨਸ ਨਸ ਵਿੱਚ ਖੂਨ ਚੱਲ ਰਿਹਾ ਹੈ। ਤੇ ਸਾਧ ਸੰਗਤ ਜੀ, ਕਿੰਨਾ ਵਾਹਿਗੁਰੂ ਨੇ ਆ ਤੇਰੇ ਸਰੀਰ ਰੂਪੀ ਮਹਿਲ ਤੇ ਕਿਵੇਂ ਕਿਵੇਂ ਪਰਮਾਤਮਾ ਨੇ ਕਿਵੇਂ ਹਰ ਇੱਕ ਚੀਜ਼ ਕਿਵੇਂ ਲਾਈ, ਅੱਖਾਂ ਦੇਖਣ ਦੀ ਸ਼ਕਤੀ ਦਿੱਤੀ ਹੈ। ਕਿਸੇ ਡਾਕਟਰ ਨੂੰ ਕਹਿ ਦੋਗੇ ਜੇ ਪਿੱਛੋਂ ਖੁੱਤ ਹੋ ਗਈਆਂ, ਨਿਗਾਹ ਚਲੀ ਗਈ, ਕੋਈ ਨਾੜ ਚਿਪਕੀ ਨਸ ਬ੍ਰੇਨ ਵਾਲੀ, ਤੇ ਅੱਖਾਂ ਆਪਾਂ ਕਹਿੰਦੇ ਆ, ਡਾਕਟਰ ਕਹਿੰਦਾ ਵੀ ਤਾਂ ਪਿੱਛੋਂ ਹੀ ਨਿਗਾਹ ਚਲੀ ਗਈ। ਹੱਟ ਰੁਕ ਗਿਆ, ਕੋਈ ਚਲਾਉਣ ਵਾਲਾ ਹੈਗਾ, ਉਹ ਕਹਿੰਦੇ ਭਾਈ ਪੰਪ ਕਰਨੋਂ ਹਟ ਗਿਆ। ਆ ਸਵਾਸ ਚੱਲਦਾ ਹੈ, ਜਿੱਦੇ ਪਰਮਾਤਮਾ ਨੇ ਆਪਣੀ ਹੋਂਦ ਨੂੰ ਖਿੱਚ ਲਿਆ ਨਾ, ਉਦੀ ਹੱਟ ਨੇ ਬੰਦ ਹੋ ਜਾਣਾ। ਇਹ ਸਭ ਸ਼ਕਤੀ ਰੱਬ ਦੀ ਦਿੱਤੀ ਹੋਈ ਹੈ, ਪਰਮੇਸ਼ਰ ਦੀ, ਪਰ ਅਸੀਂ ਸਮਝਦੇ ਨਹੀਂ। ਰਹੋ ਵਿਚਾਰ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਕਿਹੜਾ ਪੰਖੀ ਰਹਿੰਦਾ ਇਹਦੇ ਵਿੱਚ? ਆ ਜੀਵ ਆਤਮਾ। ਆ ਸਰੀਰ ਦੀ ਬੋਡੀ ਵਿੱਚ, ਸਰੀਰ ਦੇ ਮਹਿਲ ਵਿੱਚ, ਸਰੀਰ ਦੇ ਘਰ ਵਿੱਚ ਇੱਕ ਪੰਛੀ ਰੂਪੀ ਨਿਆਈ ਆਤਮਾ, ਜਿਹਨੇ ਉਡਾਰੀ ਮਾਰਨੀ ਇੱਕ ਦਿਨ। ਇਹਨੂੰ ਛੱਡ ਕੇ ਸਰੀਰ ਨੂੰ ਇਹਨੇ ਇੱਕ ਦਿਨ ਉਡਾਰੀ ਮਾਰਨੀ। ਆਪਾਂ ਸਾਰਿਆਂ ਨੇ ਸਰੀਰ ਵਿੱਚੋਂ ਉਹ ਜੋਤ ਪਰਮਾਤਮਾ ਦੀ, ਉਹ ਆਤਮਾ ਅਕਾਲ ਪੁਰਖ ਦੀ, ਇਹਦੇ ਵਿੱਚੋਂ ਇੱਕ ਦਿਨ ਨਿਕਲ ਜਾਣੀ ਹੈ। ਤੇ ਫਿਰ ਵਿੱਚ ਪੰਛੀ ਵਸੈ ਪ੍ਰਾਨੀ, ਕਿਆ ਤੇਰਾ ਕਹਿੰਦਾ, ਕੀ ਤੇਰਾ ਮੇਰਾ, ਮੇਰਾ ਤੇਰਾ ਕਰਦਾ ਪਿਆ। ਜੈਸੇ ਤਰਵਰ, ਜਿਵੇਂ ਇੱਕ ਦਰਖਤ ਨੂੰ ਛੱਡ ਕੇ ਪਕਸ਼ੀ ਨੇ ਉਡਾਰੀ ਮਾਰ ਦੇਣੀ ਹੈ ਨਾ, ਆ ਤੇਰੇ ਸਰੀਰ ਰੂਪੀ ਬਿਰਖ ਨੂੰ ਛੱਡ ਕੇ ਇੱਕ ਦਿਨ ਇਹਦੇ ਵਿੱਚੋਂ ਭੌਰ, ਕਹਿੰਦੇ ਨੇ ਆਪਾਂ, ਭੌਰ ਨਿਕਲ ਗਿਆ, ਇਹਦੇ ਵਿੱਚੋਂ ਆਤਮਾ ਨਿਕਲ ਕੇ ਉਡਾਰੀ ਮਾਰ ਜਾਣੀ ਹੈ। ਗੱਜ ਕੇ ਆਖੋ ਸਤਿਨਾਮ। ਰਾਖੋ ਕਾਂਧ ਪਸਾਰੋ ਨੀਮਾ, ਸਾਡੇ ਤੀਨ ਹੱਥ ਤੇਰੀ ਸੀਮਾ। ਇਹ ਸਚਾਈ ਹੈ ਜੀ। ਕਹਿੰਦੇ ਕਿੱਡੇ ਕਿੱਡੇ ਮਹਿਲ ਬਣਾਉਣਾ ਹੈ, ਸੀਮਾ ਕਿੰਨੀ ਹੈ ਤੇਰੀ? 3.5 ਹੱਥ। ਇਹ ਸ਼ਮਸ਼ਾਨ ਭੂਮੀ ਚ ਨਹੀਂ ਹੈ ਕਿ 3.5 ਹੱਥ। ਆ ਸਾਡਾ ਸਰੀਰ 3.5 ਹੱਥ ਦਾ ਹੈ। ਹਰ ਇੱਕ ਬੰਦੇ ਦਾ ਮਿਲ ਲਿਓ ਕਦੇ। 9 ਦੇ ਉਂਗਲੀ ਦੇ ਪੋਟੇ ਤੋਂ ਲੈ ਕੇ ਕੂਣੀ ਦੇ ਜੋੜ ਤੱਕ ਇਹਨੂੰ ਸਿਆਣੇ ਹੱਥਾਂ ਦੀ ਮਿਣਤੀ ਕਰਿਆ ਕਰਦੇ। ਅੱਗੇ ਹੁਣ ਆਪਾਂ ਫੁੱਟਾਂ 'ਚ, ਸੈਂਟੀਮੀਟਰਾਂ 'ਚ, ਮੀਟਰਾਂ 'ਚ ਮਿਣਦੇ ਆ, ਅੱਗੇ ਐਦਾਂ ਦੀ ਮਿਣਤੀ ਹੁੰਦੀ ਹੱਥਾਂ ਨਾਲ। ਕਰਮਾਂ ਮਾਰਿਆ ਆਪਣੇ ਜਿਹੜੇ ਕਿਰਸਾਨੀ ਨਾਲ ਸੰਬੰਧ ਨੇ, ਉਹ ਕੀ ਕਰਦੇ? ਕਿੱਲੇ ਦੀਆਂ ਕਰਮਾਂ ਮਾਰਦੇ। ਕੈ ਕਰਮਾਂ ਥਾਂ ਹੈ ਭਾਈ, ਕਿੰਨੇ ਹੱਥ ਜਗ੍ਹਾ ਹੈ। ਹੁਣ ਮਿਣਤੀ ਹੋ ਗਈ ਮੀਟਰਾਂ 'ਚ, ਸੈਂਟੀਮੀਟਰਾਂ 'ਚ, ਫੁੱਟਾਂ 'ਚ, ਅੱਗੇ ਮਿਣਤੀ ਦੇ ਸਾਥ। ਕਹਿੰਦੇ ਜਿਹੜੇ ਵਿੱਚ ਇਹ ਪਰਮਾਤਮਾ ਰਹਿੰਦਾ ਹੈ, 3.5 ਹੱਥ ਤੇਰਾ ਸਰੀਰ ਹੈ। 3.5 ਹੱਥ ਬੰਕੇ ਬਾਲ ਪਾਗ। ਕਹਿੰਦੇ ਬੜੇ ਟੇਢੀਆਂ ਪੱਗਾਂ, ਕਦੇ ਬਾਲਾਂ ਦਾ ਸਟਾਈਲ ਐ ਕਰ ਲਿਆ,
कदे ऐ कर लिया, फिर अपने वालों को सवार ही देखी जाता। ते साध संगत जी बंके बाल पाग सिर ढेरी, ये तन होएगो भस्म की ढेरी। शरीर कहते एक दिन मिट्टी की ढेरी बन जाएगा। ये सच करके जानियो किन्ने बन गए ते बनी जा रहे हैं, आप भी बन जाए। मिट्टी ने मिट्टी ची गलने जाके ये तन होएगो भस्म की ढेरी। मेरी जात कमीनी बात कमीनी ओछा जन्म हमारा, तुम शरणागत राजा रामचंद्र। ਇਹ ਨੂੰ ਲੇਖੇ 'ਚ ਲਾ ਲੈ ਵਾਹਿਗੁਰੂ, ਇਹ ਜਨਮ ਤੇਰੇ ਲੇਖੇ ਵਿੱਚ ਲਾਉਣ ਵਾਸਤੇ ਹੈ। ਲੇਖੇ ਵਿੱਚ ਲਾ ਲਓ ਜੀ ਜਨਮ ਤੁਹਾਰੇ, ਜਦੋਂ ਇਹ ਵਚਨ ਸੁਣੇ ਨਾ ਰਾਣੀ ਝਾਲਾਂ ਦੀ ਧਾ ਨਿਕਲ ਗਈ ਅੰਦਰੋਂ। ਇਹ ਤਾਂ ਪਰਮੇਸ਼ਰ ਦੇ ਬੋਲ ਨੇ ਬਾਣੀ। ਇਹਨੂੰ ਕਿਉਂ ਕਹਿੰਦੇ ਆ ਤੁਰਕੀ ਬਾਣੀ? ਇਹ ਬਾਣੀ ਕਿਸੇ ਦੀ ਐ ਨਹੀਂ ਵੀ ਉਹੀ ਆਪਾਂ ਰਚਨਾ ਚਾਰ ਸ਼ਬਦ ਲਿਖਦੇ, ਇਹ ਤੁਰਕੀ ਬਾਣੀ ਹੈ। ਅਜੇ ਤਾਂ ਮਹਾਰਾਜ ਨੇ ਕਿਹਾ ਤੁਰਕੀ ਬਾਣੀ ਆਈ ਫਿਰ ਸਗਲੀ ਚਿੰਤਨ। ਰੱਬ ਨਾਲ ਜੁੜਿਆ ਹੋਇਆ ਜੀ, ਕਾਲ ਪੁਰਖ ਤੋਂ ਬਾਣੀ ਆਈ ਹੈ। परमात्मा ने परमेश्वर के घरों जुड़े हुए बैठे ने भगत रविदास जी बाणी उचार रहे ते उन्हें जदों दर्शन कीते ना सच्ची आत्मा दे जदों दर्शन करोगे ते साध संगत जी फिर की हुंदा है? ते साध संगत जी जदों दर्शन कीते मन खिड़ गया मेरा दर्शन करे
ਸਿਰ ਤੇ ਹੱਥ ਰੱਖ ਦਿੱਤਾ, ਪੁੱਤਰੀ ਕਹਿ ਕੇ ਹੱਥ ਰੱਖ ਦਿੱਤਾ। ਇਹ ਸਾਧ ਸੰਗਤ ਜੀ ਬਖਸ਼ ਦਿੱਤਾ। ਜਿਹਦੇ ਹੱਥ ਗੁਰੂ ਦਾ ਮਿਹਰ ਦਾ ਹੱਥ ਹੋ ਜੇ ਨਾ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਮੁਰਿਆ। ਪਰਮਾਤਮਾ ਨਾਲ ਜੁੜ ਗਿਆ ਮਨ। ਸਮੇਂ ਦਾ ਨਹੀਂ ਪਤਾ ਲੱਗ ਰਿਹਾ, ਇਹ ਨਹੀਂ ਪਤਾ ਲੱਗ ਰਿਹਾ ਮੈਂ ਕੌਣ ਹਾਂ। ਜਦੋਂ ਸੰਗਤ ਵਿੱਚ ਤੁਸੀਂ ਜੁੜ ਕੇ ਬੈਠੋਗੇ ਨਾ ਗੁਰੂ ਚਰਨਾਂ ਵਿੱਚ, ਸੱਚ ਕਰਕੇ ਜਾਣਿਓ, ਪਤਾ ਨਹੀਂ ਲੱਗਣਾ ਮੈਂ ਕੌਣ ਹਾਂ, ਪਿੱਛੇ ਕੀ ਛੱਡ ਕੇ ਆਇਆ। ਕੋਈ ਘਰ ਦੀ ਚਿੰਤਾ ਨਹੀਂ। ਹੁਣ ਤੁਸੀਂ ਜੁੜੇ ਬੈਠੇ ਹੋ, ਕੋਈ ਪਰ ਤੁਹਾਡੇ ਯਾਦ ਹੈ ਪਿਛਲੀ ਚੀਜ਼? ਕੋਈ ਯਾਦ ਹੈ? ਵੀ ਘਰ ਨੂੰ ਜਿੰਦਾ ਵੀ ਨਹੀਂ, ਕਈ ਤਾਂ ਕੁੰਡਾ ਵੀ ਨਹੀਂ ਚੱਜਣ ਲਾ ਕੇ ਆਏ ਹੋਣੇ, ਕਈ ਸਾਰੇ ਪਰਿਵਾਰ ਦੇ ਆ ਗਏ ਹੋਣੇ। ਯਾਦ ਹੈਗਾ? ਕਿਉਂ ਨਹੀਂ ਯਾਦ? ਇਹਨੂੰ ਕਹਿੰਦੇ ਆ ਸੰਗਤ ਸਵੈਂਗਤ। ਭੁੱਲ ਗਿਆ ਆਪਣੇ ਆਪ ਨੂੰ। ਉਹ ਪਰਮਾਤਮਾ ਨਾਲ, ਸੱਚੇ ਸਤਿਗੁਰਾਂ ਨਾਲ ਮਨ ਜੁੜ ਗਿਆ। ਇਹ ਅਸਾਧ ਸੰਗਤ ਜੀ ਪੂਰੇ ਗੁਰੂ ਦੀ ਨਿਸ਼ਾਨੀ। ਜਿਸ ਦੇਖੇ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਉਹ ਮਨ ਖਿੜ ਗਿਆ, ਆਨੰਦ ਹੋ ਗਿਆ, ਮੈਨੂੰ ਪੂਰਾ ਸਤਿਗੁਰੂ ਮਿਲ ਗਿਆ। ਰਾਣੀ ਝਾਲਾ ਇਉਂ ਬਸਮਾਦ ਵਿੱਚ ਚਲੀ ਗਈ, ਭੁੱਲ ਗਈ ਸਾਰਾ ਕੁਝ ਆਪਣਾ, ਮੈਂ ਕਿੱਥੋਂ ਆਈ ਹਾਂ। ਇਹ ਨਹੀਂ ਪਤਾ ਮੈਂ ਚਤੌੜ ਦੀ ਰਾਣੀ ਹਾਂ, ਰਾਜੇ ਦੇ ਘਰ ਦੀ। ਸਮਾਂ ਬੀਤਿਆ, ਕੁਝ ਸਮਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਰਹੀ ਤੇ ਦਾਸੀ ਨੇ ਕਿਹਾ ਵੀ ਆਪਾਂ ਹੁਣ ਵਾਪਸ ਵੀ ਜਾਣਾ ਹੈ, ਆਪਾਂ ਕੁਝ ਸਮੇਂ ਵਾਸਤੇ ਉਰੇ ਆਏ ਹਾਂ, ਪਰ ਮਨ ਜਾਣ ਨੂੰ ਨਹੀਂ ਕਰਦਾ। ਫਿਰ ਮਹਾਰਾਜ ਨੂੰ ਕਹਿੰਦੀ ਹੈ ਕਦੇ ਚਰਨ ਪਾਇਓ, ਤੁਸੀਂ ਕਿਰਪਾ ਕਰਿਓ। ਉਧਰ ਸਾਧ ਸੰਗਤ ਜੀ ਆਪਾਂ ਨੂੰ ਪਤੀ ਹੈ, ਜਿਹੜੇ ਜਾਤ ਦੇ ਮਾਨੀ ਜਿਨ੍ਹਾਂ ਦਾ ਕਾਰੋਬਾਰ ਸੀ ਪੰਡਤਾਂ ਦਾ, ਵੀ ਸਾਨੂੰ ਤਾਂ ਦਕਸ਼ਨਾ ਮਿਲੀ ਨਹੀਂ। ਜਿਹੜਾ ਧਨ ਸੀ, ਜਿਹੜਾ ਪੂਜਾ ਮਿਲਣੀ ਸੀ, ਉਹ ਤਾਂ ਰਵਿਦਾਸ ਦੇ ਚੜਾਈ ਹੈ। ਉਹਨਾਂ ਨੇ ਚੱਲ ਕੇ ਉੱਥੋਂ ਪਹਿਲੇ ਰਾਣੀ ਦੇ ਪਹੁੰਚਣ ਤੋਂ ਪਹਿਲਾਂ ਉਹ ਪਹੁੰਚ ਗਏ। ਸਾਧ ਸੰਗਤ ਜੀ ਪੰਡਤ ਕਹਿਣ ਲੱਗੇ ਤੁਸੀਂ ਭ੍ਰਿਸ਼ਟੇ ਜਾਓਗੇ, ਤੁਹਾਡਾ ਦਾਨ ਪੁੰਨ ਪੰਡਤਾਂ ਦੇ ਦੇਣਾ ਹੁੰਦਾ ਹੈ। ਇਹ ਸਾਧ ਸੰਗਤ ਜੀ ਤੁਹਾਡੇ ਪੂਰਵਜ ਇਸ ਤਰ੍ਹਾਂ ਕਰਦੇ ਆਏ, ਤੁਹਾਡੀ ਰਾਣੀ ਨੇ ਬਹੁਤ ਵੱਡੀ ਵੱਗਿਆ ਕੀਤੀ ਹੈ। ਉਹ ਇੱਕ ਚਮਾਰ ਦੇ ਸਥਾਨ ਤੇ ਚਲੀ ਗਈ ਹੈ, ਉਹਨੂੰ ਆਪਣਾ ਗੁਰੂ ਬਣਾ ਲਿਆ ਹੈ, ਸਾਰੀ ਦਾਨ ਦਕਸ਼ਨਾ ਉੱਥੇ ਦੇ ਆਈ ਹੈ। ਇਹ ਸਾਧ ਸੰਗਤ ਜੀ ਰਾਜੇ ਦੇ ਜਾ ਕੇ ਉਹਨਾਂ ਨੇ ਨਿੰਦਿਆ, ਚੁਗਲੀ ਕੀਤੀ, ਲਾਈਆਂ ਰਾਜੇ ਦੇ ਕੋਲ। ਪਰ ਰਾਜਾ ਸਿਆਣਾ ਸੀ, ਪ੍ਰੇਮ ਕਰਨ ਵਾਲਾ ਸੀ, ਆਪਣੀ ਰਾਣੀ ਤੇ ਭਰੋਸਾ ਸੀ। ਸਾਧ ਸੰਗਤ ਜੀ ਗੁਰੂ ਸਾਹਿਬ ਬਚਨ ਕਰਦੇ ਨੇ, ਧਨ ਫਿਰ ਇਹ ਨਾ ਆਖੀਆਂ, ਬਹਿਣ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ। ਧਨ ਫਿਰ ਕਹੀਏ ਕੋਈ ਭਾਗਾਂ ਵਾਲਾ ਹੈ ਜਿਨ੍ਹਾਂ ਦੀਆਂ ਦੇਖਣ ਨੂੰ ਦੋ ਮੂਰਤਾਂ ਲੱਗਦੀਆਂ, ਪਤੀ ਤੇ ਪਤਨੀ, ਪਰ ਉਹਨਾਂ ਦੀ ਵਿਚਾਰ ਇੱਕ ਹੈ। ਉਹ ਘਰ ਸਵਰਗ ਹੈ, ਉਹ ਬਿਲਕੁਲ ਘਰ ਸਵਰਗ ਹੈ ਜਿੱਥੇ ਦੋ ਜੀਆਂ ਦਾ ਸੁੱਖ ਹੈ, ਜਿੱਥੇ ਇੱਕ ਵਿਚਾਰ ਹੈ। ਇਹ ਨਹੀਂ ਆ ਵੀ ਆਪਾਂ ਇੱਕ ਪਰਿਵਾਰ 'ਚ ਇਕੱਠੇ ਰਹਿੰਦੇ ਹਾਂ, ਇਹਦਾ ਕੋਈ ਮਤਲਬ ਨਹੀਂ, ਇਹ ਤਾਂ ਲੋੜ ਨੂੰ ਰਹਿੰਦੇ ਆ ਸਾਰੇ। ਪਰ ਸਾਧ ਸੰਗਤ ਜੀ ਜਿੱਥੇ ਇੱਕ ਸੁਰ ਹੋਵੇ, ਉਹ ਧਨ ਭਾਗਾਂ ਵਾਲਾ ਪਰਿਵਾਰ ਹੈ। ਜਿੱਥੇ ਦੋਵਾਂ ਦੀ ਵਿਚਾਰ ਇੱਕ ਹੋਵੇ, ਵਿਚਾਰ ਮਿਲ ਜਾਣ, ਫਿਰ ਉਹ ਘਰ ਵਿੱਚ ਕਦੇ ਤਕਰਾਰ ਨਹੀਂ ਆਉਂਦੀ। ਸੋ ਰਹੋ ਵਿਚਾਰ। ਉਹ ਜਦੋਂ ਰਾਜੇ ਤੇ ਲਾਈ ਉਹਨਾਂ ਨੇ, ਤੇ ਸਾਧ ਸੰਗਤ ਜੀ ਭੜਕਾਇਆ ਆਪਣੀ ਜਾਨ ਤੇ ਰਾਜਾ। ਉਧਰੋਂ ਰਾਣੀ ਆ ਗਈ, ਸਮਾਂ ਆ ਗਿਆ। ਜਦੋਂ ਮਹਾਰਾਜ ਜੀ ਦਰਸ਼ਨ ਕਾਇ ਖਿੜੀ ਆਉਂਦੀ ਹੈ, ਜਮਾ ਬਿਲਕੁਲ ਰੂਹ ਖਿੜੀ ਹੋਈ, ਚਿਹਰੇ ਤੇ ਕੋਈ ਉਦਾਸੀ ਨਹੀਂ, ਖਿੜਿਆ ਹੋਇਆ ਮਸਤਕ। ਤੇ ਆਈ ਕਹਿਣ ਲੱਗੇ, ਰਾਜੇ ਨੇ ਪੁੱਛਿਆ ਵੀ ਆ ਰਹੇ ਨੇ ਸ਼ਿਕਾਇਤ ਕਰਨ। ਕਹਿੰਦੀ ਮਹਾਰਾਜ ਜੀ ਕਿਵੇਂ? ਕਹਿੰਦੇ ਤੂੰ ਗਈ ਸੀ ਕਾਂਸੀ ਵਿੱਚ ਗੰਗਾ ਤੇ, ਉੱਥੇ ਤੈਂ ਇਹ ਆਪਣੇ ਪ੍ਰੋਹਤ ਨੇ, ਪ੍ਰੋਹਤ ਹੁੰਦੇ ਕਿ ਪ੍ਰੋਹਤ ਕਹਿੰਦੇ ਹੁੰਦੇ ਪੰਡਤਾਂ ਨੂੰ, ਪ੍ਰੋਹਤ ਨੇ ਉਹ। ਤੁਸੀਂ ਗੰਗਾ ਤੇ ਜਾਂਦੇ ਹੋ ਕਈ ਵਾਰ। ਹੁਣ ਤਾਂ ਸਾਧ ਸੰਗਤ ਜੀ ਆਪਾਂ ਜਿਹੜੇ ਫੁੱਲ ਪਾਏ ਉਹਨੇ ਕੀਰਤਪੁਰ ਸਾਹਿਬ, ਹੁਣ ਤਾਂ ਗੁਰੂ ਸਾਹਿਬ ਨੇ ਸਥਾਨ ਬਖਸ਼ਿਆ ਆਪਾਂ ਨੂੰ ਕੀਰਤਪੁਰ ਸਾਹਿਬ, ਫੁੱਲ ਹਰ ਸਾਲ ਪਾਵੇ। ਤੇ ਸਾਧ ਸੰਗਤ ਜੀ ਪਹਿਲਾਂ ਗੰਗਾ ਤੇ ਜਾਂਦੇ ਹੁੰਦੇ ਲੋਕ, ਹੁਣ ਤਾਂ ਚਲੋ ਬਹੁਤ ਸਿਆਣੇ ਵਿੱਚ ਹੋ ਗਏ, ਜੇ ਵਗਦੇ ਜਲ ਪ੍ਰਵਾਹ ਵਿੱਚ ਜਲ ਪ੍ਰਵਾਹ ਕਰ ਦਿੰਦੇ ਨੇ, ਵਗਦੇ ਪਾਣੀ ਵਿੱਚ। ਚਲੋ ਤਾਂ ਕਿਰਿਆ ਗੁਰੂ ਸਾਹਿਬ ਦੇ ਆ ਕੇ ਅਰਦਾਸ ਕਰ ਲਓ ਤਾਂ ਕਿਰਿਆ ਸਾਧ ਸੰਗਤ ਜੀ। ਸੋ ਰਹੋ ਵਿਚਾਰ ਅੱਗੇ। ਫਿਰ ਪੰਡਤ ਪਹਿਲਾਂ ਉਹ ਫੁੱਲ ਪਾਉਂਦੇ, ਪਹਿਲਾਂ ਦਕਸ਼ਨਾ ਲੈਂਦੇ ਆਪਣੀ, ਫੇਰ ਹੀ ਕੋਈ ਨਾਵਾਂ ਲਿਖਦੇ ਉੱਤੇ ਤੁਹਾਡੇ ਬਈ ਤੇ, ਅੱਗੇ ਸਰਟੀਫਿਕੇਟ ਕਢਾ ਕੇ ਲਿਆਉਂਦੇ ਆਪਾਂ, ਫਿਰ ਉੱਥੋਂ ਮਿਲਦਾ।
ਉਹ ਕਿਹੜਾ ਪੁਰੋਹਿਤ ਹੈ ਭਾਈ ਤੁਹਾਡਾ, ਕਿਹੜਾ ਪੁਰੋਹਿਤ ਹੈ? ਸੋ ਰੋ ਵਿਚਾਰ ਵੀ ਦਾਨ ਦਕਸ਼ਨਾ ਸਾਰੀ ਉਹਨਾਂ ਦੇ ਲੱਗਦੀ। ਉਹ ਕਹਿੰਦੇ ਐ ਕਰਕੇ ਸ਼ਿਕਾਇਤ ਕਰਦੇ ਨੇ ਵੀ ਇਹ ਰਵਿਦਾਸ ਚ ਮਾਰ ਦੇ ਗਈ, ਇਹਨੇ ਗੁਰੂ ਮੰਨ ਲਿਆ ਉਹਨੂੰ, ਇਹ ਭਿੱਟੀ ਗਈ, ਇਹਨੇ ਆਪਣੀ ਮਰਜ਼ਾਦਾ ਤੋੜੀ। ਇਹ ਸਾਧ ਸੰਗਤ ਜੀ ਰਾਜਾ ਕਹਿਣ ਲੱਗੇ, ਜਦੋਂ ਰਾਜੇ ਨੂੰ ਲਾਈਆਂ ਉਹਨਾਂ ਨੇ ਜਾ ਕੇ ਨਿੰਦਿਆ ਕੀਤੀ, ਚੁਗਲੀ ਕੀਤੀ। ਰਾਜਾ ਕਹਿੰਦਾ ਇਸ ਤਰ੍ਹਾਂ ਕਰਦੇ, ਕਹਿੰਦੀ ਰਾਣੀ ਕਹਿੰਦੀ ਖੜ ਜਾਓ, ਮੈਂ ਨਾਲ ਹੀ ਚੱਲਦੀ। ਆਏ ਕਹਿੰਦੇ ਵੀ ਕੀ ਤੁਹਾਨੂੰ ਪ੍ਰੋਬਲਮ ਹੈ, ਕੀ ਦੁੱਖ ਹੈ, ਦੱਸੋ। ਕਹਿੰਦੇ ਐ ਕਰਕੇ ਵੀ ਰਾਣੀ ਤੁਸੀਂ ਐ ਕਰਕੇ ਉੱਥੇ ਗਏ ਸੀ ਦਾਨ ਦਕਸ਼ਨਾ ਦੇਣ ਵਾਸਤੇ, ਤੇ ਸਾਧ ਸੰਗਤ ਜੀ ਕਹਿਣ ਲੱਗੇ ਵੀ ਤੁਸੀਂ ਉੱਥੇ ਜਾ ਕੇ ਰਵਿਦਾਸ ਦੇ ਚਲੇ ਗਏ। ਉਹ ਕਹਿੰਦੇ ਤੁਹਾਨੂੰ ਮਾਇਆ ਤਾਂ ਕੀ ਹੈ, ਬਸ ਤੁਹਾਡੀ ਪੂਜਾ ਤੁਹਾਨੂੰ ਦੁੱਗਣੀ ਤੋਂ ਚੌਗੁਣੀ ਦਿਉ, ਹੀਰੇ ਜਵਾਹਰਾਤ ਤੁਹਾਨੂੰ ਦਿਉ, ਪਰ ਸੱਚ ਦੱਸਿਓ ਵੀ ਰਵਿਦਾਸ ਸੱਚਾ ਭਗਤ ਰੱਬ ਦਾ ਹੈ ਜਾਂ ਤੁਸੀਂ? ਉਹਨਾਂ ਨੇ ਦੇਖਿਆ ਸਾਨੂੰ ਤਾਂ ਪੂਜਾ ਤੱਕ ਮਤਲਬ ਹੈ, ਅਸੀਂ ਤਾਂ ਇਸੇ ਨੂੰ ਪਿੱਟਦੇ। ਪੂਜਾ ਵਾਲਾ ਤਾਂ ਪੂਜਾ ਨੂੰ ਪਿੱਟੂਗਾ, ਉਹਦੇ ਤਾਂ 10 ਰੁਪਏ ਦੇਣੇ ਨੇ। ਜਿਹੜਾ ਸੱਚੀ ਅੰਦਰੋਂ ਪਰਮਾਤਮਾ ਨਾਲ ਜੁੜਿਆ ਹੈ, ਭਗਤੀ ਕਰਨ ਵਾਲਾ, ਉਹ ਕਹਿੰਦੇ ਰਾਜੇ ਨੂੰ ਕਹਿੰਦੇ ਮਾਰਿਓ ਬਾਬੂ ਛੱਡੋ, ਸਾਡੀ ਦਕਸ਼ਨਾ ਦਿਓ। ਰਵਿਦਾਸ ਸੱਚਾ ਭਗਤ ਹੈ, ਉਹਦੀ ਪਥਰੀ ਤਰ ਕੇ ਨਦੀ ਦੇ ਵਿੱਚ ਦੀ ਹੈਗੀ ਹੈ, ਨਦੀ ਦੇ ਵਿੱਚ ਦੀ ਪਥਰੀ ਤਰ ਕੇ ਪਾਣੀ, ਸੱਚਾ ਭਗਤ ਤਾਂ ਉਹੀ ਹੈ। ਪਰ ਸਾਧ ਸੰਗਤ ਜੀ ਉਹ ਕਹਿੰਦੇ ਵੀ ਤੈਨੂੰ ਜੱਗ ਰਚ ਲਿਆ। ਰਾਣੀ ਨੇ ਕਿਹਾ ਵੀ ਮੈਂ ਵੀ ਆਪਣੇ ਗੁਰੂ ਨੂੰ ਬੁਲਾਉਂ ਨਾ, ਜੱਗ ਰਚ ਲਿਆ, ਕਿਉਂਕਿ ਮਹਾਰਾਜ ਨਾਲ ਵਾਅਦਾ ਕਰਕੇ ਇਹ ਕਹਿੰਦੇ ਮਹਾਰਾਜ ਚਰਨ ਪਾਇਓ। ਤੇ ਸਾਧ ਸੰਗਤ ਜੀ ਰਾਜੇ ਨੇ ਜੱਗ ਕੀਤਾ, ਪੁਰੋਹਿਤ ਪੰਡਤ ਬੁਲਾਏ ਸਾਰੇ, ਤੇ ਜਦੋਂ ਜੱਗ ਰਚਿਆ ਤੇ ਰਾਣੀ ਨੇ ਭਗਤ ਰਵਿਦਾਸ ਮਹਾਰਾਜ ਜੀ ਨੂੰ ਵੀ ਸਨੇਹਾ ਭੇਜਿਆ ਵੀ ਤੁਸੀਂ ਵੀ ਆਇਓ। ਮਹਾਰਾਜ ਮੇਰੇ ਗੁਰੂ ਨੇ ਰਾਜੇ ਨੂੰ ਕਹਿਣ ਲੱਗੇ ਮੈਂ ਆਪਣੇ ਗੁਰੂ ਨੂੰ ਵੀ ਬੁਲਾਉਂ। ਉਹ ਕਹਿੰਦਾ ਭਾਈ ਕੋਈ ਗੱਲ ਨਹੀਂ, ਚਲੋ ਤੇਰੀ ਮਰਜ਼ੀ ਹੈ। ਕਹਿੰਦੀ ਸੱਚਾ ਗੁਰੂ ਹੈ ਮੇਰਾ, ਇਉਂ ਨਹੀਂ ਹੈਗਾ ਪੰਡਤ ਵਾਲਾ ਕੰਮ, ਉਹ ਦਾਨ ਦਕਸ਼ਨਾ ਲੈਣ ਵਾਲਾ ਨਹੀਂ ਹੈ, ਉਹ ਸੱਚਾ ਭਗਤ ਹੈ ਪਰਮੇਸ਼ਰ ਦਾ। ਤੇ ਸਾਧ ਸੰਗਤ ਜੀ ਬੁਲਾ ਲਿਆ। ਰਹੋ ਵਿਚਾਰ ਇਤਿਹਾਸ ਬਹੁਤ 5-7 ਮਿੰਟਾਂ ਦੇ ਵਿੱਚ ਆਪਾਂ ਸਮਾਪਤੀ ਕਰ ਦਿੰਦੇ ਹਾਂ, ਸਮਾਂ ਬਹੁਤ ਉੱਚਾ ਹੋ ਗਿਆ। ਸੋ ਰਹੋ ਵਿਚਾਰ। ਤੇ ਸਾਧ ਸੰਗਤ ਜੀ ਭਗਤ ਰਵਿਦਾਸ ਮਹਾਰਾਜ ਜੀ ਨੂੰ ਸੱਦਾ ਆਇਆ, ਤੇ ਉਹ ਕਹਿੰਦੇ ਭਾਈ ਚੰਗਾ ਬੇਟਾ ਅਸੀਂ ਵੀ ਆ ਜਾਵਾਂਗੇ। ਚਲੋ ਆਇਆ ਉਹ ਸਮਾਂ, ਸਾਧ ਸੰਗਤ ਜੀ ਜੱਗ ਦਾ ਸਮਾਂ ਆਇਆ, ਭੋਜਨ ਹੋ ਰਿਹਾ ਹੈ। ਪਹਿਲਾਂ ਦਾਨ ਦਕਸ਼ਨਾ ਲੈਂਦੇ ਨੇ ਪੰਡਤ, ਅੱਗੇ ਜੇ ਅਸੀਂ ਇੱਕ ਵਾਰੀ ਸਾਧਾਂ ਦੇ ਚਲੇ ਗਏ। ਸਾਧ ਸੰਗਤ ਜੀ ਮੇਰੇ ਗੱਲ ਯਾਦ ਆ ਗਈ, ਅਸੀਂ ਸਾਧਾਂ ਕੋਲ ਚਲੇ ਗਏ ਕਿਸੇ ਡੇਰੇ 'ਚ ਕੀਰਤਨ ਕਰਨ। ਉੱਥੇ ਸਾਧ ਪਹਿਲਾਂ ਆਏ ਸਾਰੇ ਸੰਤ, ਉਹਨਾਂ ਦੀ ਮਾਂ ਮੰਡੇਸ਼ਵਰ, ਜਿੰਨੇ ਉਹਨਾਂ ਦੇ ਮੰਡਲੀ ਦੇ ਸਾਧੂ ਸੀ, ਜਿੰਨਾ ਉਹਨਾਂ ਰਿਲੇਟਡ ਸਾਧੂ ਸੀ, ਸਾਰੇ ਆਏ। ਉਹ ਸੱਦਾ ਦਿੰਦੇ ਨੇ, ਬੁਲਾਉਂਦੇ ਨੇ, ਤੇ ਉਹਨਾਂ ਨੇ ਭੋਜਨ ਰੱਖਿਆ। ਜਦੋਂ ਪ੍ਰਸ਼ਾਦਾ ਵਰਤਾਇਆ ਨਾ ਲੰਗਰ, ਤੇ ਸਾਧ ਸੰਗਤ ਜੀ ਉਹਨਾਂ ਚਿਰ ਉਹ ਸਾਧਾਂ ਨੇ ਸਾਰਿਆਂ ਨੇ ਕੋਈ ਚੱਖਿਆ ਨਹੀਂ, ਕੋਈ ਗੁਰਕੀ ਨਹੀਂ ਲਾਈ, ਕੋਈ ਭੋਜਨ ਪ੍ਰਸ਼ਾਦ ਛਕਿਆ ਨਹੀਂ। ਪਹਿਲਾਂ ਜਿਹੜਾ ਪ੍ਰਮੁੱਖ ਸਾਧੂ ਸੀ ਉਹਨਾਂ ਦਾ, ਸਾਰਿਆਂ ਨੂੰ ਪਹਿਲਾਂ ਉਹਨਾਂ ਨੇ ਮਾਇਆ ਦਿੱਤੀ, 500 ਰੁਪਈਆ ਉਹਨਾਂ ਨੇ ਸਾਰਿਆਂ ਨੂੰ ਪਹਿਲਾਂ ਹੱਥ ਤੇ ਰੱਖਿਆ, ਪਹਿਲਾਂ ਦਕਸ਼ਨਾ ਲਈ, ਫੇਰ ਸਾਧ ਸੰਗਤ ਜੀ ਉਹਨਾਂ ਨੇ ਭੋਜਨ ਛਕਿਆ। ਉਹਨਾਂ ਦੀ ਮਰਜ਼ਾਦਾ ਹੈ, ਰਹੋ ਵਿਚਾਰ, ਅਗਲ ਦੀ ਮਰਜ਼ਾਦਾ ਹੈ, ਉਹ ਸਤਿਕਾਰ ਕਰਦੇ ਨੇ। ਉਹ ਸਾਨੂੰ ਵੀ ਦੇਣ ਲੱਗੇ ਸਾਧੂ, ਅਸੀਂ ਆਖਿਆ ਮਹਾਰਾਜ ਅਸੀਂ ਤਾਂ ਕੋਈ ਲੈਣ ਵਾਲੇ ਨਹੀਂ ਹਾਂ, ਅਸੀਂ ਤਾਂ ਇੱਦਾਂ ਹੀ ਛਕ ਲਾਂਗੇ। ਉਹ ਕਹਿੰਦੇ ਨਹੀਂ, ਤੁਸੀਂ ਵੀ ਸੰਤਾਂ 'ਚ ਹੀ ਆਉਂਦੇ ਹੋ, ਮਗਰ ਸਾਨੂੰ ਐਡਾ ਦਰਜਾ ਨਾ ਦਿਓ ਮਹਾਰਾਜ, ਅਸੀਂ ਤਾਂ ਤੁਹਾਡੇ ਸੇਵਕ ਹਾਂ, ਅਸੀਂ ਤਾਂ ਇਹਨਾਂ ਤੋਂ ਬਿਨਾਂ ਵੀ ਛਕ ਲਾਂਗੇ। ਉਹ ਕਹਿੰਦੇ ਨਹੀਂ, ਹੁਣ ਜਦੋਂ ਇੱਕ ਸਾਰੇ ਇੱਕ ਹੀ ਵਰਤੂ। ਸੋ ਰਹੋ ਵਿਚਾਰ ਸਾਧ ਸੰਗਤ ਜੀ। ਪੰਡਤ ਜਦੋਂ ਭੋਜਨ ਛਕਣ ਲੱਗੇ, ਰਵਿਦਾਸ ਮਹਾਰਾਜ ਜੀ ਵੀ ਬਿਠਾ ਲਏ, ਉਹਨਾਂ ਨੇ ਸਤਿਕਾਰ ਕੀਤਾ, ਭੋਜਨ ਉਹਨਾਂ ਦੇ ਅੱਗੇ ਰੱਖਿਆ, ਲੰਗਰ ਪਾਣੀ ਜੋ ਬਣਿਆ ਸੀ, ਇਹ ਸਾਧ ਸੰਗਤ ਪ੍ਰਸ਼ਾਦ ਪਾਣੀ ਜੋ ਬਣਿਆ ਸੀ ਉਹ ਰੱਖਿਆ। ਤੇ ਪੰਡਤ ਖੜੇ ਹੋ ਕੇ ਕਹਿੰਦੇ ਨਹੀਂ ਅਸੀਂ ਨਹੀਂ ਛਕਣਾ। ਕਹਿੰਦੇ ਇਹਨੂੰ ਮਾਰ ਨੂੰ, ਨੀਵੀਂ ਜਾਤ ਦੇ ਨੂੰ ਸਾਡੇ ਵਿੱਚ ਬਾਅਦ ਤੁਸੀਂ ਭਿੱਟੇ ਜਾਓਗੇ, ਤੁਹਾਡਾ ਜੱਗ ਨਹੀਂ ਸੰਪੂਰਨ ਹੋਣਾ, ਅਸੀਂ ਨਹੀਂ ਇਹਦੇ ਨਾਲ ਖਾਂਦੇ ਬਹਿ ਕੇ ਨੀਵੀਂ ਜਾਤ ਦੇ। ਘਿਰਨਾ ਕੀਤੀ ਅੰਦਰੋਂ। ਤੇ ਸਾਧ ਸੰਗਤ ਜੀ ਭਗਤ ਰਵਿਦਾਸ ਜੀ ਕਹਿੰਦੇ ਪੁੱਤਰ ਕੋਈ ਨਹੀਂ, ਮੈਂ ਤਾਂ ਇੱਕ ਲਾਂਭੇ ਹੋ ਜਾਣਾ, ਮੈਂ ਤਾਂ ਪਹਿਲੇ ਨਹੀਂ ਆ, ਸਾਨੂੰ ਪਤਾ ਹੀ ਹੈ ਇਹਨਾਂ ਨੂੰ। ਜਿਹੜਾ ਅਭਿਮਾਨੀ ਹੈ ਨਾ, ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ, ਜਾਤ ਕਾ ਗਰਭ ਕਰੇ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਬਕਾਰ। ਕੋਈ ਗਰਭ ਨਾ ਕਰਿਓ, ਜਾਤ ਦਾ ਅਭਿਮਾਨ ਨਾ ਕਰਿਓ, ਉਹ ਜਾਤ ਦਾ ਅਭਿਮਾਨੀ ਡੁੱਬ ਜਾਂਦਾ ਹੈ। ਕਿਸੇ ਧਨ ਦਾ, ਜੋਬਨ ਦਾ, ਜਾਤ ਦਾ ਮਾਣ ਨਹੀਂ ਕਰੀਦਾ। ਸਾਧ ਸੰਗਤ ਜੀ ਉਹ ਇਨਸਾਨ ਡੁੱਬ ਜਾਂਦਾ ਜਿਹੜਾ ਮਾਣ ਕਰਦਾ।
ਧਨ ਜੋਗ ਨਰ ਫੁੱਲੜਾ ਨਾਠੀ ਅੜੇ ਦਿਨ ਚਾਰ। ਇਹਦਾ 4 ਦਿਨਾਂ ਦੀ ਕਹਾਣੀ ਹੈ। ਵੱਡੇ ਵੱਡੇ ਰਾਜੇ ਗਰੀਬ ਭਿਖਾਰੀ ਬਣਦੇ ਦੇਖੇ, ਭਿਖਾਰੀਆਂ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਮੂਰਖ ਤੇ ਉਹ ਪੰਡਤ ਕਰਵੋ, ਪੰਡਤ ਤੇ ਬਗਦਾਰੀ। ਤਾਂ ਵਾਹਿਗੁਰੂ ਦੀਆਂ ਖੇਡਾਂ ਨੇ। ਕਈ ਵਾਰ ਬੰਦਾ ਇੰਨਾ ਅਮੀਰ ਹੋ ਜਾਂਦਾ ਹੈ, ਕਈ ਵਾਰ ਜਵੇਂ ਹੀ ਐਨ ਥੱਲੇ ਆ ਜਾਂਦਾ। ਇਹ ਤਾਂ ਵਾਹਿਗੁਰੂ ਦੀ ਦਾਤ ਹੈ। ਸੋ ਰਹੋ ਵਿਚਾਰ। ਕਹਿੰਦੇ ਅਸੀਂ ਨਹੀਂ ਥਕਣਾ, ਤੁਹਾਡਾ ਜਗ ਭੋਜਨ ਸੁਪੂਰ ਨਹੀਂ ਹੋਣਾ ਜਿੰਨਾ ਚਿਰ ਸਾਡੇ ਨਾਲ ਇਹ ਰਵਿਦਾਸ ਚਮਾਰ ਸਾਡੇ ਵਿੱਚ ਬਿਠਾ ਰੱਖੇ। ਭਗਤ ਜੀ ਕਹਿੰਦੇ ਬੇਟਾ ਪੁੱਤਰੀ ਤੂੰ ਕੋਈ ਨਹੀਂ ਇਹਨਾਂ ਜਗ ਸੰਪੂਰਨ ਕਰਾਓ, ਅਸੀਂ ਤਾਂ ਵੱਖਰੇ ਬਹਿ ਜਾਏ ਕਿਸੇ ਪਾਸੇ। ਉਹ ਕਹਿੰਦੀ ਮਹਾਰਾਜ ਨਾ, ਉਹਨੂੰ ਵੀ ਹੁਣ ਪ੍ਰੇਮ ਹੈ ਅੰਦਰੋਂ, ਸ਼ਰਧਾ ਵੀ ਮੈਂ ਮੇਰਾ ਸਤਿਗੁਰੂ ਦਾ ਸਤਿਕਾਰ ਕਰਨਾ। ਮੈਂ ਇੱਕ ਪਾਸੇ ਵੱਖਰੇ ਜਾ ਕੇ ਬਿਠਾ ਦਿੱਤਾ, ਉਹ ਭੋਜਨ ਛਕਣ ਲੱਗੇ। ਅਹੀ ਜੀ ਖੇਡ ਵਰਤੀ। ਹਰੇਕ ਪੰਡਿਤ ਕਿਹਾ ਕਰੇ ਵੀ ਮੇਰੇ ਨਾਲ ਵੀ ਰਵਿਦਾਸ ਬੈਠਾ, ਮੇਰੇ ਥਾਲੀ 'ਚ ਛਕੀ ਜਾਂਦਾ, ਮੇਰੇ ਨਾਲ ਵੀ ਬੈਠੇ, ਮੇਰੇ ਨਾਲ ਬੈਠੇ। ਇੰਨੇ ਸਰੂਪ ਧਾਰਨ ਕਰ ਲਏ, ਹਰ ਇੱਕ ਨੂੰ ਇਹ ਭਾਸਿਆ ਵੀ ਰਵਿਦਾਸ ਮੇਰੇ ਨਾਲ ਬੈਠਾ ਛਕ ਰਿਹਾ। ਉਹ ਸਾਰੇ ਖੜੇ ਹੋ ਗਏ, ਉਹ ਕਹੇ ਮੇਰੇ ਨਾਲ, ਕਹਿੰਦੇ ਵੀ ਇੰਨੇ ਰਵਿਦਾਸ ਦੇ ਸਰੂਪ ਕਿੱਦਾਂ ਹੋ ਗਏ। ਫਿਰ ਦੇਖਿਆ ਵੀ ਇਹ ਕੋਈ ਰੱਬੀ ਸ਼ਕਤੀ ਹੈ, ਇਹ ਪਰਮੇਸ਼ਰ ਦਾ ਪਿਆਰਾ ਹੈ, ਸੱਚਾ ਭਗਤ। ਅਸੀਂ ਅਭਿਮਾਨ ਕਰਦੇ ਇਸ ਗੱਲ ਦਾ। ਫਿਰ ਉਹਨਾਂ ਨੇ ਖਿਮਾ ਮੰਗੀ ਸਾਧ ਸੰਗਤ, ਜਗ ਸੰਪੂਰਨ ਹੋਇਆ, ਜੈ ਜੈਕਾਰ ਹੋਈ। ਫਿਰ ਭਗਤ ਜੀ ਨੇ ਬਚਨ ਉਚਾਰਿਆ, ਹੇ ਵਾਹਿਗੁਰੂ, ਹੇ ਪਰਮੇਸ਼ਰ, ਮੈਂ ਤਾਂ ਇੱਕ ਨੀਵੀਂ ਜਾਤ ਵਿੱਚ ਪੈਦਾ ਹੋਇਆ ਸੀ, ਤੁਸੀਂ ਮੇਰੀ ਜੈ ਜੈਕਾਰ ਕਾਲ ਪੁਰਖ ਦੇ ਵਾਹਿਗੁਰੂ ਦੀ ਬੰਦਗੀ ਕਰਕੇ ਕਿੱਡਾ ਵੱਡਾ ਉੱਚਾ ਰੁਤਬਾ ਅਹੁਦਾ ਪ੍ਰਾਪਤ ਹੋਇਆ। ਸਾਧ ਸੰਗਤ ਜੀ, ਇਸੇ ਕਰਕੇ ਐਸੀ ਲਾਲ ਤੁਧ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਸ਼ਬਦ ਕਰੇ। ਉਹ ਤਾਂ ਸਾਧ ਸੰਗਤ ਜੀ ਐਡਾ ਗਰੀਬ ਨਵਾਜ ਪਰਮੇਸ਼ਰ ਹੈ। ਭਗਤ ਜੀ ਕਹਿੰਦੇ ਫਿਰ ਹਾਥੀ ਤੇ ਚੜਾਇਆ ਗਿਆ, ਛਤਰ ਝੁੱਲਿਆ ਉੱਪਰ, ਸਾਰੇ ਸ਼ਹਿਰ ਵਿੱਚ ਫਿਰ ਜਿਵੇਂ ਪ੍ਰਕਰਮਾ ਆਪਾਂ ਨਗਰ ਕੀਰਤਨ ਨਹੀਂ ਕੱਢਦੇ, ਇਸ ਤਰ੍ਹਾਂ ਪ੍ਰਕਰਮਾ ਹੋਈ। ਸਾਰੇ ਚਾਰੇ ਕੂਟਾਂ ਚਾਰੇ ਚੱਕਾਂ ਵਿੱਚ ਜੈ ਜੈਕਾਰ ਹੋਈ। ਵੀ ਅਕਾਲ ਪੁਰਖ ਦਾ ਸਰੂਪ ਹੈ ਭਗਤ ਰਵਿਦਾਸ। ਐਸੀ ਰਾਤ ਆਓ ਇੱਕੋ ਹੀ ਸ਼ਬਦ ਪੜ੍ਹ ਕੇ ਆਪਾਂ ਸਮਾਪਤੀ ਕਰਾਂਗੇ। ਇਹ ਵਾਹਿਗੁਰੂ ਐਸੀ ਲਾਲ ਤੁਧ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਸ਼ਬਦ ਹੈ। ਐਸੀ ਲਾਲ ਤੁਧ ਬਿਨ ਕੌਣ ਨਾਮਦੇਵ। ਉਹਨਾਂ ਨੇ ਨਾਮ ਗਿਣੇ, ਨਾਮਦੇਵ, ਕਬੀਰ, ਤਰਲੋਚਨ, ਸਦਨਾ, ਸੈਣ ਤਰੇ। ਇਹ ਪ੍ਰਮਾਤਮਾ ਦੇ ਭਜਨ ਕਰਕੇ ਤਰ ਗਏ। ਕਹਿ ਰਵਿਦਾਸ ਸੁਨੋ ਰੇ ਸੰਤੋ, ਹਰ ਜੀਉ ਤੇ ਸਭੈ
ਪਰਮਾਤਮਾ ਤੋਂ, ਅਕਾਲ ਪੁਰਖ ਤੋਂ ਹੀ ਕਾਰਜ ਸਕਦੇ ਨੇ ਸਾਰੇ। ਸਭ ਵਾਹਿਗੁਰੂ ਕਰਦਾ ਹੈ, ਸਭ ਪਰਮੇਸ਼ਰ ਕਰਦਾ ਹੈ। ਸੋ ਆਓ ਇੰਨੀਆਂ ਕੁ ਵਿਚਾਰਾਂ ਦੇ ਨਾਲ ਖਿਮਾ ਦੇ ਜਾਚਕਾਂ ਬਹੁਤ ਸਾਰੀ ਸੰਗਤ ਨੇ ਮਾਣ ਸਤਿਕਾਰ ਕੀਤਾ ਸਤਿਗੁਰੂ ਜੀ ਖਜ਼ਾਨੇ ਤੋਂ ਗੁਰੂ ਕਰਨ ਜੁੜਨ ਦਾ ਬਹਾਨਾ ਹੈ ਕੋਈ। ਤੁਸੀਂ ਸਮਰਪਿਤ ਰਵਿਦਾਸ ਮਹਾਰਾਜ ਜੀ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਇਹ ਸਮਾਗਮ ਰਚਾਏ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਇਹ ਸਮਾਂ ਸਾਨੂੰ ਸੁਭਾਗ ਪ੍ਰਾਪਤ ਹੋਇਆ, ਕਿੰਨੀ ਸੋਹਣੇ ਸਥਾਨ ਬਣ ਗਏ ਨੇ, ਮਹਾਰਾਜ ਨੇ ਕਿਰਪਾ ਕੀਤੀ ਹੈ, ਰੌਣਕਾਂ ਲਾਈਆਂ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸੇਵਾਦਾਰਾਂ ਦਾ, ਪ੍ਰਬੰਧਕ ਵੀਰਾਂ ਦਾ, ਸਾਰੀ ਸੰਗਤ ਦਾ, ਸਾਉਣ ਵਾਲੇ ਵੀਰ ਗੋਪੀ ਜੀ ਦਾ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬੜਾ ਪਿਆਰ ਵਾਲੇ ਨੇ, ਵਧੀਆ ਸਾਊਂਡ ਲਾਉਂਦੇ ਨੇ। ਸੋ ਪ੍ਰੇਮ ਹੈ ਇਹਨਾਂ ਨਾਲ, ਕਾਫੀ ਦੇਰ ਤੋਂ ਇਹਨਾਂ ਨਾਲ ਵੀ ਸੰਬੰਧ ਹੈ। ਸੋ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ, ਜਿਨ੍ਹਾਂ ਸੰਗਤਾਂ ਨੇ ਆ ਕੇ ਸੇਵਾ ਕੀਤੀ ਹੈ, ਸੰਗਤ ਦੇ ਵਿੱਚ ਹਾਜ਼ਰੀ ਲਵਾਈ ਹੈ, ਆਪਣਾ ਤਿਲ ਫੁੱਲ ਯੋਗਦਾਨ, ਆਪਣਾ ਦਸਵੰਧ ਕੱਢ ਕੇ ਇਹ ਲੰਗਰਾਂ ਮੰਦਰਾਂ ਵਿੱਚ ਪਾਇਆ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੀ। ਕੋਟ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸਤਿਗੁਰਾਂ ਨੇ ਕਿਰਪਾ ਕੀਤੀ, ਆਪਾਂ ਨੂੰ ਨਵਾਜਿਆ। ਗੁਰੂ ਜੀ ਨੇ ਆਪਣੇ ਦਰਸ਼ਨਦਾਰ ਬਖਸ਼ੇ, ਸੰਗਤ ਬਖਸ਼ੀ, ਗੁਰਬਾਣੀ ਬਖਸ਼ੀ। ਕੋਟ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਸਤਿਕਾਰਯੋਗ ਬਾਬਾ ਸਤਨਾਮ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਸਾਧ ਸੰਗਤ ਜੀ, ਇਹਨਾਂ ਨੇ ਆਪਾਂ ਨੂੰ ਗੁਰੂ ਚਰਨਾਂ ਵਿੱਚ ਜੋੜਿਆ ਹੈ, ਬਹੁਤ ਬਹੁਤ ਧੰਨਵਾਦ। ਆਓ ਸਾਰੇ ਸ਼ਲੋਕ ਪੜ੍ਹ ਕੇ ਸਮਾਪਤੀ ਕਰਾਂਗੇ। ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ। ਕੱਲ੍ਹ ਨੂੰ ਭਾਈ ਫਿਰ ਅੰਮ੍ਰਿਤ ਵੇਲੇ ਭੋਗ ਪੈਣਗੇ। ਸੋ ਇਹ ਹਾਜ਼ਰੀ ਜਿਹੜੀ, ਕਿਉਂਕਿ ਭੋਗ ਦੇ ਸਮੇਂ ਦੇ ਨਾ ਸਮਾਂ ਨਹੀਂ ਹੁੰਦਾ, ਵਿਚਾਰ ਕਰਨ ਦਾ ਸਮਾਂ ਨਹੀਂ, ਲੰਗਰਾਂ ਦਾ ਪ੍ਰਬੰਧ ਹੁੰਦਾ, ਰੌਲਾ ਰੱਪਾ ਹੁੰਦਾ, ਪਰ ਜਿਹੜਾ ਤੁਸੀਂ ਇਸ ਵਕਤ ਬੈਠ ਕੇ ਸਰਵਣ ਕੀਤਾ ਇਹ ਆਨੰਦ ਬਣਦਾ ਹੈ। ਇਸ ਕਰਕੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਸੀ, ਭਾਈ ਜੇ ਸਮਾਂ ਰੱਖਿਆ ਤਾਂ ਸ਼ਾਮ ਦਾ ਰੱਖ ਲਿਓ, ਨਾਲੇ ਅਸੀਂ ਵਿਹਲੇ ਹਾਂ ਕਿਉਂਕਿ ਕੱਲ੍ਹ ਨੂੰ ਐਤਵਾਰ ਹੈ। ਅਸੀਂ ਵੀ ਜਗ੍ਹਾ ਜਗ੍ਹਾ ਸਾਧ ਸੰਗਤ ਜੀ ਕਿਤੇ ਜਾਣਾ ਹੁੰਦਾ ਸਮਾਗਮਾਂ 'ਤੇ, ਇਸ ਕਰਕੇ ਹਾਜ਼ਰੀ ਇੰਨੀ ਕੁ ਪ੍ਰਵਾਨ ਕਰਿਓ, ਭੁੱਲਾਂ ਚੁੱਕਾਂ ਦੀ ਖਿਮਾ। ਸੋ ਆਓ ਆਪਾਂ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ।